Ai Guru 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 ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਇਹ ਸਿਮਰਨ ਅਭਿਆਸ ਕਰਦੇ ਹਾਂ, ਸਿਮਰਨ ਇਸ ਕਰਕੇ ਕਰਦੇ ਹਾਂ ਵੀ ਤਾਂ ਕਿ ਸਾਡੀ ਜਿਹੜੀ ਆਪਣੀ ਮੱਤ ਹੈ, ਸਾਡੀ ਸਿਆਣਪ ਹੀ ਖਤਮ ਹੋ ਜੇ, ਸਾਨੂੰ ਗੁਰੂ ਅਤੇ ਸਤਿਗੁਰੂ ਦੀ ਮੱਤ ਆ ਜਾਵੇ। ਜਿਨ੍ਹਾਂ ਨੂੰ ਗੁਰੂ ਦੀ ਮੱਤ ਆ ਗਈ, ਜਿਨ੍ਹਾਂ ਨੇ ਸਤਿਗੁਰੂ ਦੀ ਮੱਤ ਲੈ ਲਈ, ਫਿਰ ਉਹਨਾਂ ਦੇ ਮਨ ਦੀ ਕੀ ਅਵਸਥਾ ਬਣ ਜਾਂਦੀ। ਫਿਰ ਉਹ ਗੁਰਮੁਖ ਕਿਸੇ ਕਿਸਮ ਦਾ ਵੀ ਮਨ ਦੇ ਵਿੱਚ ਰੋਸ ਨਹੀਂ ਰੱਖਦੀ, ਉਹ ਪਰਮਾਤਮਾ ਨੂੰ ਲਾਂਭੇ ਨਹੀਂ ਮਾਰਦੀ, ਉਹ ਕਿਸੇ ਹੋਰ ਨੂੰ ਦੋਸ਼ ਨਹੀਂ ਦਿੰਦੀ। ਫਿਰ ਜੋ ਵੀ ਮਾਲਕ ਕਰਦਾ ਉਹਦਾ ਕੀਤਾ ਹੋਇਆ ਗੁਰਮੁਖਾਂ ਦੇ ਮਨ ਨੂੰ ਮਿੱਠਾ ਲੱਗਦਾ, ਉਹਨਾਂ ਨੂੰ ਪਿਆਰਾ ਲੱਗਦਾ। ਮਾਰੇ ਫਰਮਾਉਂਦੇ ਅਲਾਮੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਬਈ ਲਾਂਭਾ ਨਹੀਂ ਦਿੱਤਾ ਕਿਤੇ ਵੀ, ਜੋ ਮਾਲਕ ਕਰਦਾ ਉਹਦਾ ਕੀਤਾ ਹੋਇਆ ਉਹ ਗੁਰਮੁਖਾਂ ਨੂੰ ਮਿੱਠਾ ਲੱਗਦਾ, ਉਹ ਪਿਆਰਾ ਲੱਗਦਾ। ਇਹ ਹੈ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਸਤਿਗੁਰੂ ਦੀ ਮੱਤ ਲੈ ਲਈ। ਫਿਰ ਉਹ ਮਾਲਕ ਜੋ ਵੀ ਕਰਦਾ ਉਹੀਓ ਸਾਨੂੰ ਉਹਦਾ ਕੀਤਾ ਹੋਇਆ ਚੰਗਾ ਲੱਗਦਾ, ਉਹ ਪਿਆਰਾ ਲੱਗਦਾ। ਸੰਸਾਰ ਦੇ ਵਿੱਚ ਚਾਹੇ ਜੀਵ ਆਖਣ ਵੀ ਇਹਦੇ ਨਾਲ ਬੜਾ ਮਾੜਾ ਹੋਇਆ, ਪਰ ਗੁਰਮੁਖਾਂ ਨੂੰ ਉਹ ਮਾੜਾ ਨਹੀਂ ਲੱਗਦਾ, ਉਹਨਾਂ ਦੇ ਮਨ ਦੀ ਅਵਸਥਾ ਬਣ ਜਾਂਦੀ। ਇਸੇ ਅਵਸਥਾ ਵਿੱਚ ਹੀ ਮਹਾਰਾਜ ਕਹਿੰਦੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਬਈ ਤੇਰਾ ਕੀਤਾ ਹੋਇਆ ਸਾਨੂੰ ਉਹ ਮਿੱਠਾ ਲੱਗਦਾ, ਸਾਨੂੰ ਉਹ ਪਿਆਰਾ ਲੱਗਦਾ, ਤੇਰਾ ਭਾਣਾ। ਗੁਰਮੁਖ ਦਾ ਜੀਵਨ ਹੀ ਇਹ ਹੈ, ਉਹ ਭਾਣੀ ਵਿੱਚ ਚੱਲਦਾ। ਗੁਰਮੁਖ ਹੋਵੇ ਸੋ ਭਾਣਾ ਮੰਨੇ। ਹੁਣ ਆਪਾਂ ਵੀ ਇਸ ਵਾਸਤੇ ਸਿਮਰਨ ਕਰਦੇ ਹਾਂ, ਸਾਧ ਸੰਗਤ ਕਰਦੇ ਹਾਂ ਵੀ ਤਾਂ ਕਿ ਸਾਨੂੰ ਗੁਰੂ ਦੀ ਮੱਤ ਆ ਜੇ, ਅਤੇ ਸਾਨੂੰ ਮਾਲਕ ਦਾ ਕੀਤਾ ਹੋਇਆ ਉਹ ਪਿਆਰਾ ਲੱਗਣ ਲੱਗ ਜੇ, ਸਾਨੂੰ ਬੁਰਾ ਨਾ ਲੱਗੇ, ਸਾਨੂੰ ਮਾੜਾ ਨਾ ਲੱਗੇ। ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ ਵੀ ਇਹ ਸਮੱਤ ਫਿਰ ਸਾਨੂੰ ਸਾਧ ਸੰਗਤ ਦੇ ਵਿੱਚ ਆ ਕੇ ਮਿਲਦੀ।
ਫਰਮਾਉਂਦੇ ਜੋ ਪ੍ਰਭ ਕੀਨੋ ਸੋਈ ਭਲ ਮਾਨਿਓ। ਇਹ ਸਮੱਤ ਸਾਧੂ ਤੇ ਭਾਈ ਸਾਧੂ ਜਨ ਸਾਨੂੰ ਇਹ ਸਮੱਤ ਦਿੰਦੇ ਵੀ ਜੋ ਪਰਮਾਤਮਾ ਕਰ ਰਿਹਾ ਉਹੀਓ ਸਾਡੇ ਵਾਸਤੇ ਭਲਾ ਹੈ, ਉਹੀਓ ਸਾਡੇ ਵਾਸਤੇ ਚੰਗਾ ਹੈ। ਜੇ ਤਾਂ ਅਸੀਂ ਮਿੱਠਾ ਕਰਕੇ ਮੰਨਾਂਗੇ, ਚੰਗਾ ਕਰਕੇ ਮੰਨਾਂਗੇ ਤੇ ਸਾਡਾ ਮਨ ਸਹਿਜ ਵਿੱਚ ਰਹੇਗਾ। ਜੇ ਅਸੀਂ ਨਹੀਂ ਮੰਨਾਂਗੇ ਤੇ ਅਸੀਂ ਰੋਸ ਕਰਾਂਗੇ ਤੇ ਅਸੀਂ ਹੋਰ ਦੁਖੀ ਹੋਵਾਂਗੇ, ਕਿਉਂਕਿ ਦੁਖੀ ਤਾਂ ਅਸੀਂ ਪਹਿਲਾਂ ਹੀ ਹਾਂ। ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ ਦੁਖੀ ਅਸੀਂ ਪਹਿਲਾਂ ਵੀ ਹਾਂ। ਫਿਰ ਜਦੋਂ ਅਸੀਂ ਉਲਾਂਭੇ ਮਾਰਦੇ ਹਾਂ ਫਿਰ ਅਸੀਂ ਹੋਰ ਦੁਖੀ ਹੁੰਦੇ, ਫਿਰ ਅਸੀਂ ਹੋਰ ਅੱਗੇ ਦੀ ਅੱਗੇ ਦੁੱਖ ਪੈਦਾ ਕਰ ਲੈਂਦੇ। ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਅਸੀਂ ਇਹ ਲਾਂਭਾ ਨਹੀਂ ਕਿਤੇ ਕੀਤਾ, ਵੀ ਜੋ ਮਾਲਕ ਕਰ ਰਹੇ ਉਹੀਓ ਸਾਡੇ ਮਨ ਨੂੰ ਮਿੱਠਾ ਲੱਗਦਾ, ਉਹਦਾ ਕੀਤਾ ਹੋਇਆ ਉਹ ਸਾਨੂੰ ਪਿਆਰਾ ਲੱਗਦਾ। ਇਹਨੂੰ ਕਹਿੰਦੇ ਗੁਰੂ ਦੀ ਮੱਤ, ਇਹਨੂੰ ਕਹਿੰਦੇ ਸਤਿਗੁਰ ਦੀ ਮੱਤ। ਔਰ ਇਸੇ ਅਵਸਥਾ ਵਿੱਚ ਹੀ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਐਸੀ ਅਵਸਥਾ ਸਾਡੇ ਮਨ ਦੀ ਬਣ ਜੇ ਬਈ ਸਾਨੂੰ ਗੁਰੂ ਦੇ ਸਤਿਗੁਰ ਦੀ ਮੱਤ ਆ ਜੇ, ਤੇ ਉਹਦੇ ਵਾਸਤੇ ਫਿਰ ਇਹ ਆਪਸ ਸਿਮਰਨ ਕਰਦੇ ਹਾਂ। ਕਿਉਂਕਿ ਸਭ ਤੋਂ ਵੱਡੀ ਜਿਹੜੀ ਵਿੱਚ ਰੁਕਾਵਟ ਹੈ ਉਹ ਆਪਣੀ ਮੱਤ ਹੈ, ਸਾਡੀ ਸਿਆਣਪ। ਸਾਡੀ ਸਿਆਣਪ ਜਦ ਤੱਕ ਸਾਨੂੰ ਉਹ ਗੁਰੂ ਦੀ ਮੱਤ ਨਹੀਂ ਆਉਣ ਦਿੰਦੀ। ਹੁਣ ਮਹਾਰਾਜ ਕਹਿੰਦੇ ਵੀ ਇਹ ਸਿਆਣਪ ਨੂੰ ਛੱਡੋ, ਇਹ ਛੱਡਣੀ ਹੈ ਕਠਨ ਔਖੀ, ਇਹਨੂੰ ਛੱਡਣ ਵਾਸਤੇ ਸਿਮਰਨ ਕੀਤਾ ਜਾਂਦਾ। ਮਹਾਰਾਜ ਕਹਿੰਦੇ ਮਨ ਕੀ ਮਤ ਤੇ ਆਗੂ ਹਰ ਜਨ, ਇਹਾਂ ਬਾਤ ਕਠੈਨੀ ਆਂਦਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈਣੀ। ਬਈ ਹੁਣ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ, ਤੇ ਉਹਦੇ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਂਦਾ ਤਾਂ ਕਿ ਸਾਡੀ ਮੱਤ ਖਤਮ ਹੋਵੇ, ਸਾਨੂੰ ਗੁਰੂ ਤੇ ਸਤਿਗੁਰ ਦੀ ਮੱਤ ਆਵੇ। ਹੁਣ ਇਸ ਵਾਸਤੇ ਫਿਰ ਇਹ ਆਪਾਂ ਸਿਮਰਨ ਕਰ ਰਹੇ ਹਾਂ ਵੀ ਸਾਡੀ ਜਿਹੜੀ ਸਿਆਣਪ ਹੈ ਸਿਆਣਪ ਖਤਮ ਹੋ ਜੇ। ਹੁਣ ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਸਿਮਰਨ ਕਾਹਦੇ ਵਾਸਤੇ ਕਰਨਾ, ਮੈਂ ਗੁਰਬਾਣੀ ਗੁਰੂ ਨੂੰ ਕਾਹਦੇ ਵਾਸਤੇ ਪੜ੍ਹਨਾ। ਜਦ ਤੱਕ ਸਾਨੂੰ ਸੰਗ ਨਹੀਂ ਹੁੰਦਾ ਸੰਤ ਸਾਧੂ ਜਨਾਂ ਦਾ, ਸਾਨੂੰ ਸਮਝ ਨਹੀਂ ਆਉਂਦੀ। ਜੇ ਅਸੀਂ ਸਿਮਰਨ ਕਰਦੇ ਵੀ ਹਾਂ, ਵਿੱਚ ਆਪਦੀ ਮੱਤ ਰੱਖਦੇ ਹਾਂ, ਵਿੱਚ ਸ਼ਰਤ ਰੱਖਦੇ ਹਾਂ ਵੀ ਸਾਡੀ ਆਹ ਮੰਗ ਪੂਰੀ ਹੋ ਜੇ ਅਸੀਂ ਸਿਮਰਨ ਕਰਾਂਗੇ। ਗੁਰਬਾਣੀ ਪੜ੍ਹਦੇ ਹਾਂ ਤੇ ਪਹਿਲਾਂ ਹੀ ਸੁੱਖਣਾ ਸੁੱਖ ਲੈਂਦੇ ਵੀ ਆਹ ਸਾਡੀ ਇੱਛਾ ਪੂਰੀ ਹੋ ਜੇ, ਆਹ ਸਾਡਾ ਕੰਮ ਸਿਰੇ ਚੜ੍ਹ ਜੇ ਤੇ ਅਸੀਂ ਇੰਨੇ ਪਾਠ ਕਰਾਂਗੇ। ਹੁਣ ਮਹਾਰਾਜ ਸਾਨੂੰ ਕਹਿੰਦੇ ਵੀ ਇਹ ਤਾਂ ਸਾਡੀ ਮੱਤ ਹੋ ਗਈ, ਇਹੀਓ ਤਾਂ ਛੱਡਣੀ ਅਸੀਂ ਆਪਦੀ ਮੱਤ, ਇਹੀਓ ਤਾਂ ਅਸੀਂ ਆਪਦੀ ਸਿਆਣਪ ਛੱਡਣੀ। ਹੁਣ ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ ਉਹਨੂੰ ਇਹ ਸੋਝੀ ਹੀ ਨਹੀਂ ਆਉਂਦੀ ਬਈ ਮੈਂ ਪਾਠ ਕਾਹਦੇ ਵਾਸਤੇ ਕਰਨਾ, ਮੈਂ ਸਿਮਰਨ ਕਾਹਦੇ ਵਾਸਤੇ ਕਰਨਾ। ਮਨਮੁਖ ਨੇ ਜਿਹੜੇ ਉਹ ਕਰ ਕਰਕੇ ਥੱਕ ਗਏ, ਬਾਣੀ ਵੀ ਪੜ੍ਹੀ ਸਿਮਰਨ ਵੀ ਕੀਤਾ ਪਰ ਮਨ ਦੀ ਮੈਲ ਨਾ ਲੱਥੀ। ਅੰਦਰ ਉਵੇਂ ਹੀ ਦੁਬਦਾ ਵੈਰ ਵਿਰੋਧ, ਉਹ ਸਾਰਾ ਕੁਛ ਉਵੇਂ ਹੀ ਹੈ, ਸਿਆਣਪ ਆਪਦੀ ਛੱਡੀ ਕੋਈ ਨਹੀਂ। ਮਹਾਰਾਜ ਇਸ ਅਵਸਥਾ 'ਚ ਫਿਰ ਕਹਿੰਦੇ ਵੀ ਪੜ੍ਹਨ ਦੇ ਨਾਲ ਇਕੱਲਾ ਮੈਲ ਨਹੀਂ ਉਤਰਦੀ। ਬੇਸ਼ੱਕ ਤੁਸੀਂ ਉਹਨਾਂ ਗਿਆਨੀਆਂ ਤੋਂ ਪੁੱਛੋ ਜਿਨ੍ਹਾਂ ਨੂੰ ਇਹ ਸਾਰਾ ਬ੍ਰਹਮ ਦਾ ਗਿਆਨ। ਮਾਰੇ ਫਰਮਾਉਂਦੇ ਪੜ੍ਹਿਆਂ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰ ਸ਼ਰਨ ਆਏ ਤਾਂ ਨਿਰਮਲ ਹੋਏ, ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ। ਮਨਮੁਖ ਜੀਵ ਸਤਿਗੁਰ ਕਹਿੰਦੇ ਗੁਰਬਾਣੀ ਵੀ ਪੜ੍ਹੀ ਸਿਮਰਨ ਵੀ ਕੀਤਾ, ਪਰ ਜਿਹੜੀ ਮਨ ਦੀ ਮੈਲ ਸੀ ਉਹ ਮੈਲ ਨਾ ਲੱਥੀ। ਅੰਦਰੋਂ ਵੈਰ ਵਿਰੋਧ ਗਿਆ ਨਹੀਂ, ਦੁਬਦਾ ਖਤਮ ਨਹੀਂ ਹੋਈ।
ਫਿਰ ਇਸ ਅਵਸਥਾ 'ਚ ਕਹਿੰਦੇ ਵੀ ਮਨਾ, ਜੇ ਤੂੰ ਗੁਰੂ ਦੀ ਸ਼ਰਨ 'ਚ ਆਵੇਂ ਤੇ ਤੂੰ ਤਾਂ ਨਿਰਮਲ ਹੋਵੇਂ। ਜਿਆਦਾ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਇਹ ਨਿਰਮਲ ਨਹੀਂ ਹੁੰਦਾ, ਇਹਦੀ ਮੈਲ ਨਹੀਂ ਲੱਥਦੀ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਤ ਸੰਗਤ, ਸਤਿਗੁਰੂ ਕਹਿੰਦੇ ਮੇਰਾ ਸਕੂਲ ਹੈ, ਜਿੱਥੇ ਆ ਕੇ ਅਸੀਂ ਇਹ ਸਿੱਖਿਆ ਲੈਣੀ, ਜਿੱਥੇ ਆ ਕੇ ਅਸੀਂ ਇਹ ਸਾਰੀ ਸੋਝੀ ਲੈਣੀ ਵੀ ਅਸੀਂ ਸਿਮਰਨ ਕਾਹਦੇ ਵਾਸਤੇ ਕਰਨਾ, ਅਸੀਂ ਗੁਰਬਾਣੀ ਗੁਰੂ ਨੂੰ ਕਾਹਦੇ ਵਾਸਤੇ ਪੜ੍ਹਨਾ। ਇਹ ਫਿਰ ਸਾਰਾ ਕੁਛ ਅਸੀਂ ਸਿੱਖਣਾ ਸਤਿਗੁਰਾਂ ਦੇ ਸਕੂਲ ਦੇ ਵਿੱਚ। ਮਹਾਰਾਜ ਤਾਂਹੀਓ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਬਈ ਇਹ ਸਤ ਸੰਗਤ, ਸਤਿਗੁਰੂ ਕਹਿੰਦੇ ਮੇਰਾ ਸਕੂਲ ਹੈ, ਜਿੱਥੇ ਆ ਕੇ ਅਸੀਂ ਪਰਮਾਤਮਾ ਦੇ ਗੁਣ ਸਿੱਖਣੇ, ਜਿੱਥੇ ਆ ਕੇ ਅਸੀਂ ਗੁਰੂ ਦੀ ਮੱਤ ਲੈਣੀ, ਆਪਦੀ ਮੱਤ ਛੱਡਣੀ। ਉਹ ਫਿਰ ਸਾਰਾ ਆਪਾਂ ਨੂੰ ਇਹ ਸਤਿਗੁਰਾਂ ਦੇ ਸਕੂਲ ਦੇ ਵਿੱਚ ਸੋਝੀ ਦਿੱਤੀ ਜਾਂਦੀ, ਸਾਨੂੰ ਭੇਜ ਦਿੱਤਾ ਜਾਂਦਾ। ਬਈ ਜੇ ਤੁਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ, ਫਿਰ ਸਾਨੂੰ ਕਹਿੰਦੇ ਵੀ ਆਪਦੀ ਮੱਤ ਛੱਡਤੀ, ਬਈ ਆਪਦੀ ਜਿਹੜੀ ਸਿਆਣਪ ਇਹਨੂੰ ਛੱਡ ਕੇ ਤੁਸੀਂ ਗੁਰੂ ਦੀ ਮੱਤ ਦੁਆਰਾ, ਜਿਵੇਂ ਸਾਨੂੰ ਸਤਿਗੁਰੂ ਕਹਿੰਦੇ ਵੀ ਉਵੇਂ ਤੁਸੀਂ ਸਿਮਰਨ ਕਰੋ। ਜੇ ਸਿਮਰਨ ਕਰੋਗੇ, ਸਾਡੇ ਦੁੱਖ ਭਰਮ ਸਹਿੰਸੇ ਫਿਕਰ ਚਿੰਤਾਵਾਂ ਸਾਰੀਆਂ ਖਤਮ ਹੋ ਜਾਣਗੀਆਂ। ਮਾਰੇ ਫਰਮਾਉਂਦੇ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਬਈ ਸਾਡੇ ਦੁੱਖ ਭਰਮ ਸਭ ਖਤਮ ਹੋ ਜਾਣ ਜੇ ਅਸੀਂ ਸਿਮਰਨ ਕਰੀਏ ਗੁਰੂ ਦੀ ਮੱਤ ਦੁਆਰਾ, ਜੇ ਅਸੀਂ ਆਪਦੀ ਸਿਆਣਪ ਛੱਡ ਦਈਏ, ਜੇ ਅਸੀਂ ਆਪਦੀ ਚਤਰਾਈ ਛੱਡ ਦਈਏ, ਆਪਦੀ ਮੱਤ ਛੱਡ ਦਈਏ। ਹੁਣ ਤਾਈਆਂ ਸਾਨੂੰ ਕਹਿੰਦੇ ਵੀ ਗੁਰੂ ਦੀ ਮੱਤ ਲਵੋ। ਸਾਡੀ ਸਿਆਣਪ ਹੈ ਜਿਹੜੀ, ਇਹ ਸਾਨੂੰ ਡੋਬ ਤਾਂ ਸਕਦੀ ਹੈ, ਸਾਨੂੰ ਦੁੱਖ ਤਾਂ ਦੇ ਸਕਦੀ, ਪਰ ਅਸੀਂ ਤਰ ਨਹੀਂ ਸਕਦੇ। ਮਾਰੇ ਤਾਈਆਂ ਫਰਮਾਉਂਦੇ ਗੁਰ ਕੀ ਮੱਤ ਤੂੰ ਲੈ ਇਹ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਵੀ ਅਜਾਣ ਜੀਵ ਗੁਰੂ ਦੀ ਮੱਤ ਲੈ, ਗੁਰੂ ਦੀ ਮੱਤ ਤੋਂ ਬਿਨਾਂ ਭਗਤੀ ਦਾ ਭੇਤ ਨਹੀਂ ਆਉਂਦਾ, ਅਤੇ ਭਗਤੀ ਤੋਂ ਬਿਨਾਂ ਅਸੀਂ ਡੁੱਬ ਜਾਂਦੇ। ਹੜੀ ਇਸ ਵਾਸਤੇ ਫਿਰ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਜੇ ਤੁਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹੋ, ਫਿਰ ਤੁਸੀਂ ਹੁਕਮ ਦੇ ਵਿੱਚ ਆਵੋ, ਉਹਦੇ ਭਾਣੇ ਦੇ ਵਿੱਚ ਆਵੋ। ਵੀ ਮਾਲਕ ਦਾ ਸਿਮਰਨ ਕਰੋ ਤਾਂ ਕਿ ਸਾਡਾ ਮਨ ਸਹਿਜ ਅਵਸਥਾ ਦੇ ਵਿੱਚ ਆਵੇ, ਸਾਡਾ ਮਨ ਆਪਣੇ ਘਰ ਜਾਵੇ। ਅਤੇ ਘਰ ਜਾਣ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਕ ਤਾਂ ਹੈ ਸ਼ਬਦ ਦੀ ਕਮਾਈ ਸਿਮਰਨ, ਨਾਲ ਨਾਲ ਗਿਆਨ ਦੀ ਮੱਤ, ਗੁਰੂ ਦੀ ਮੱਤ, ਵੀ ਜੋ ਮਾਲਕ ਕਰਦਾ ਉਹਨੂੰ ਅਸੀਂ ਭਲਾ ਭਲਾ ਕਰਕੇ ਮੰਨਣਾ। ਅਸੀਂ ਰੋਸ ਨਹੀਂ ਕਰਨਾ, ਅਸੀਂ ਉਲਾਂਭੇ ਨਹੀਂ ਦੇਣੇ। ਫਿਰ ਸਾਡਾ ਜਿਹੜਾ ਮਨ ਹੈ ਇਹ ਸਹਿਜ ਅਵਸਥਾ 'ਚ ਜਾਏਗਾ, ਫਿਰ ਇਹ ਘਰ ਜਾਏਗਾ। ਮਾਰੇ ਫਰਮਾਉਂਦੇ ਗੁਰ ਸ਼ਬਦੀ ਤਰੀਏ, ਬੌਰ ਨਾ ਮਰੀਏ, ਚੁਕੇ ਆਵਣ ਜਾਣਾ, ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਨਾ। ਵੀ ਜੋ ਮਾਲਕ ਕਰਦਾ ਉਹਨੂੰ ਭਲਾ ਕਰਕੇ ਮੰਨੋ, ਫਿਰ ਸਾਡਾ ਮਨ ਜਿਹੜਾ ਉਹ ਸਹਿਜ ਅਵਸਥਾ ਵਿੱਚ ਆ ਜਾਏਗਾ, ਫਿਰ ਉਹ ਘਰ ਆ ਜਾਏਗਾ। ਜੇ ਅਸੀਂ ਰੋਸ ਕਰਾਂਗੇ ਫਿਰ ਅਸੀਂ ਆਪਦੇ ਘਰ ਨਹੀਂ ਜਾ ਸਕਦੇ। ਮਾਰੇ ਤਾਈਓ ਸਾਨੂੰ ਸਮਝਾਉਂਦੇ ਮੇਰੇ ਮਨ ਕਾਹੇ ਰੋਸ ਕਰੀਜੇ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦੇ ਰਵੀਜ। ਵੀ ਰੋਸ ਨਾ ਕਰ, ਬਈ ਤੂੰ ਰੋਸ ਕਿਸ ਗੱਲ ਦਾ ਕਰਦਾ, ਤੂੰ ਕਾਹਦਾ ਰੋਸ ਕਰਦਾ। ਸੰਸਾਰ ਦੇ ਵਿੱਚ ਜਦੋਂ ਮਾਲਕ ਸਾਨੂੰ ਭੇਜਦਾ, ਸਾਨੂੰ ਗਿਣਤੀ ਦਾ ਸਮਾਂ ਸਵਾਸਾਂ ਦਾ ਧਨ ਦੇ ਕੇ ਭੇਜਦਾ, ਸਾਡਾ ਸੰਜੋਗ ਜੋੜ ਦਿੰਦੇ ਇੱਕ ਦੂਸਰੇ ਨਾਲ। ਹੁਣ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ, ਸਮਾਂ ਸਾਡੇ ਕੋਲ
ਗਿਣਤੀ ਦਾ। ਜਦੋਂ ਸਾਡਾ ਸਮਾਂ ਖਤਮ ਹੁੰਦਾ ਤੇ ਸਾਨੂੰ ਇੱਥੋਂ ਜਾਣਾ ਪੈਂਦਾ ਵਾਪਸ। ਹੁਣ ਜਦੋਂ ਕੋਈ ਜੀਵ ਜਾਂਦਾ, ਜੀਵ ਰੋਸ ਕਰਦਾ। ਹੁਣ ਮਹਾਰਾਜ ਕਹਿੰਦੇ ਵੀ ਰੋਸ ਕਾਹਦਾ, ਵੀ ਜਿਹਦਾ ਸੀ ਉਹਨੇ ਵਾਪਸ ਬੁਲਾ ਲਿਆ, ਤੇ ਰੋਸ ਕਿਸ ਗੱਲ ਤੋਂ। ਔਰ ਇਸ ਕਰਕੇ ਸਾਨੂੰ ਸਮਝਾਉਂਦੇ ਵੀ ਇਹ ਸਾਡੇ ਸੰਜੋਗ ਨੇ ਪਿਛਲੇ ਜਨਮਾਂ ਦੇ। ਧੀਆਂ ਪੁੱਤਰ, ਭੈਣ ਭਰਾ, ਮਾਤਾ ਪਿਤਾ, ਇਹ ਅਸੀਂ ਸੰਜੋਗੀ। ਪਰ ਜਿਹੜਾ ਮਨਮੁਖ ਹੈ ਉਹ ਆਪਦੇ ਸਮਝਦਾ। ਮਹਾਰਾਜ ਕਹਿੰਦੇ ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ। ਬਈ ਮਨਮੁਖ ਕਹਿੰਦਾ ਮੇਰੇ ਨੇ, ਤੇ ਜਦੋਂ ਕਹਿੰਦਾ ਮੇਰੇ ਨੇ ਤੇ ਉਹ ਮਾਲਕ ਜਦੋਂ ਵਾਪਸ ਬੁਲਾਉਂਦਾ ਤੇ ਫਿਰ ਉਹ ਦੁਖੀ ਹੁੰਦਾ ਬਈ ਸਾਡਾ ਸੀਗਾ ਤਾਂ ਉਹ ਚਲਾ ਗਿਆ। ਤੇ ਫਿਰ ਅਸੀਂ ਇਹ ਵੀ ਨਹੀਂ ਵਿਚਾਰਦੇ, ਗੁਰੂ ਦੀ ਮੱਤ ਨਹੀਂ ਲੈਂਦੇ ਬਈ ਜਦੋਂ ਸਾਡੇ ਕੋਲ ਮਾਲਕ ਨੇ ਭੇਜਿਆ ਸੀ, ਜਦੋਂ ਬੱਚਾ ਇਸ ਸੰਸਾਰ ਦੇ ਵਿੱਚ ਆਉਂਦਾ ਹੈ, ਮਾਲਕ ਸਾਡੇ ਹਵਾਲੇ ਕਰਦਾ, ਤੇ ਉਦੋਂ ਬੱਚੇ ਦੀ ਕੀ ਅਵਸਥਾ ਹੁੰਦੀ, ਉਹ ਕਿੰਨਾ ਨਿਰਮਲ ਹੁੰਦਾ। ਮਾਲਕ ਦਾ ਹੀ ਰੂਪ ਹੁੰਦਾ, ਕੋਈ ਉਹਦੇ ਅੰਦਰ ਵਿਤਕਰਾ ਨਹੀਂ ਹੁੰਦਾ ਕਿਸੇ ਪ੍ਰਥਾਏ ਵੀ। ਜਿਉਂ-ਜਿਉਂ ਵੱਡਾ ਹੁੰਦਾ, ਅਸੀਂ ਜਦੋਂ ਆਪ ਨਹੀਂ ਗੁਰੂ ਦੀ ਮੱਤ ਲੈਂਦੇ, ਆਪ ਨਹੀਂ ਸਿਮਰਨ ਭਗਤੀ ਕਰਦੇ, ਉਹ ਅਸੀਂ ਆਪ ਦੁਬਦਾ ਵਿੱਚ ਹਾਂ, ਅਤੇ ਉਹ ਅਸੀਂ ਐਸੀ ਉਹਨੂੰ ਦੁਬਦਾ ਸਿਖਾਉਂਦੇ ਹਾਂ, ਐਸਾ ਵੈਰ ਵਿਰੋਧ ਉਹਦੇ ਅੰਦਰ ਭਰਦੇ ਹਾਂ। ਅਤੇ ਜਦੋਂ ਸੰਸਾਰ 'ਚੋਂ ਜਾਂਦਾ ਹੈ ਅਤੇ ਉਦੋਂ ਕੀ ਹਾਲਤ ਹੁੰਦੀ। ਜਿਵੇਂ ਹੁਣ ਆਪਾਂ ਨੂੰ ਕਿਸੇ ਨੇ ਕੋਈ ਚੀਜ਼ ਸੌਂਪੀ ਹੋਵੇ, ਵੀ ਆਪਾਂ ਨੂੰ ਸੌਂਪ ਦਿੱਤੀ, ਅਤੇ ਵੀ ਜਦੋਂ ਵਾਪਸ ਲੈਣੀ ਤੇ ਅਸੀਂ ਉਹਨੂੰ ਉਹੀ ਜਿਹੀ ਮੋੜੀਏ ਜਿੱਦਾਂ ਦੀ ਸਾਨੂੰ ਦਿੱਤੀ ਹੈ ਅਗਲੇ ਨੇ। ਜੇ ਹੁਣ ਸਾਨੂੰ ਦਿੱਤਾ ਤਾਂ ਪੂਰਾ ਸਾਫ਼ ਨਿਰਮਲ ਹੈ, ਅਤੇ ਅਸੀਂ ਉਹਨੂੰ ਮੈਲਾ ਕਰਦੀ, ਫਿਰ ਉਹ ਜਦੋਂ ਸਾਤੋਂ ਵਾਪਸ ਮੰਗੇ, ਇੱਕ ਤਾਂ ਹੈ ਮੈਲਾ, ਅਤੇ ਉਤੋਂ ਦੀ ਰੋਸ ਕਰੀਏ ਵੀ ਸਾਤੋਂ ਕਾਹਤੋਂ ਲੈ ਲਿਆ ਵਾਪਸ। ਇਹਨੂੰ ਗੁਰਬਾਣੀ ਗੁਰੂ ਵਿੱਚ ਕਹਿੰਦੇ ਅਗਿਆਨਤਾ, ਇਹਨੂੰ ਕਹਿੰਦੇ ਮੂਰਖਤਾ। ਬਈ ਮਾਲਕ ਨੇ ਸਾਨੂੰ ਸੌਂਪਿਆ ਅਤੇ ਉਹਨੇ ਵਾਪਸ ਵੀ ਲੈਣਾ ਹੀ ਲੈਣਾ, ਕਿਉਂਕਿ ਉਹਦੀ ਵਸਤੂ ਹੈ। ਮਹਾਰਾਜ ਇਸ ਲਈ ਫਰਮਾਉਂਦੇ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਕਿਆ ਕੀਜੇ। ਬਈ ਰੋਸ ਕਾਹਦਾ, ਲਾਂਭੇ ਕਾਹਦੇ, ਜਿਹਦਾ ਸੀਗਾ ਉਹਨੇ ਵਾਪਸ ਲੈ ਲਿਆ। ਹੁਣ ਆਪਾਂ ਨੂੰ ਇਸ ਲਈ ਫਿਰ ਸਮਝਾਉਂਦੇ ਵੀ ਜੇ ਅਸੀਂ ਗੁਰੂ ਦੀ ਮੱਤ ਲੈ ਲਈਏ, ਜੇ ਅਸੀਂ ਉਹਦਾ ਕੀਤਾ ਹੋਇਆ ਸਾਨੂੰ ਪਿਆਰਾ ਲੱਗੇ, ਸਾਨੂੰ ਮਿੱਠਾ ਲੱਗੇ, ਵੀ ਤੇਰਾ ਸੀ ਅਤੇ ਤੇਰਾ ਤੈਨੂੰ ਹੀ ਸੌਂਪ ਦਿੱਤਾ, ਫਿਰ ਸਾਡਾ ਮਨ ਹੋਰ ਸਹਿਜ ਦੇ ਵਿੱਚ ਅਤੇ ਹੋਰ ਆਨੰਦ ਅਵਸਥਾ ਵਿੱਚ ਜਾਵੇ। ਪਰ ਜਦੋਂ ਜੀਵ ਗੁਰੂ ਦੀ ਮੱਤ ਨਹੀਂ ਲੈਂਦਾ, ਉਹ ਫਿਰ ਲਾਂਭੇ ਮਾਰਦਾ। ਅਤੇ ਮਹਾਰਾਜ ਫਿਰ ਸਾਨੂੰ ਇਸ ਲਈ ਸਮਝਾਉਂਦੇ ਬਈ ਮਨਾਂ ਤੂੰ ਰੋਸ ਨਾ ਕਰ, ਤੂੰ ਰੋਸ ਕਾਹਦਾ ਕਰਦਾ, ਤੂੰ ਕਾਹਦੇ ਲਾਂਭੇ ਮਾਰਦਾ। ਵੀ ਲਾਹਾ ਤਾਂ ਤੈਨੂੰ ਇਹ ਹੈ ਵੀ ਤੂੰ ਆਪ ਸਿਮਰਨ ਕਰ, ਤੂੰ ਆਪ ਭਗਤੀ ਕਰ। ਮਹਾਰਾਜ ਤਾਂਹੀਓ ਫਰਮਾਉਂਦੇ, ਮੇਰੇ ਮਨ ਕਾਹੇ ਰੋਸ ਕਰੀਜੇ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦੇ ਰਵੀਜ। ਵੀ ਲਾਹਾ ਤਾਂ ਤੈਨੂੰ ਇਹ ਹੈ, ਤੂੰ ਆਪਦੇ ਹਿਰਦੇ 'ਚ ਨਾਮ ਨੂੰ ਵਸਾ, ਤੂੰ ਸੱਚ ਨੂੰ ਵਸਾ। ਇਹ ਜੋ ਤੂੰ ਰੋਸੇ ਕਰਦਾ, ਜੋ ਤੂੰ ਇਹ ਰੋ ਕੇ ਦਿਖਾਉਂਦਾ, ਤੂੰ ਕਿਹਨੂੰ ਰੋ ਰੋ ਕੇ ਦਿਖਾਉਂਦਾ, ਤੂੰ ਕਿਹਦੇ ਅੱਗੇ ਗਿਲੇ ਸ਼ਿਕਵੇ ਕਰਦਾ, ਤੂੰ ਕਿਹਨੂੰ ਲਾਂਭੇ ਮਾਰਦਾ। ਉਹ ਫਿਰ ਸਾਡੀ ਅਗਿਆਨਤਾ। ਇਸ ਕਰਕੇ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਗੁਰੂ ਦੀ ਮੱਤ ਲੈ ਲਓ, ਸੋਝੀ ਲੈ ਲਓ, ਅਤੇ ਸਾਡਾ ਮਨ ਸਹਿਜ ਅਵਸਥਾ ਦੇ ਵਿੱਚ ਆ ਜਾਏ। ਕਿਉਂਕਿ ਇਹ ਇੱਕ ਖੇਲ ਹੈ। ਸੰਸਾਰ ਦੇ ਵਿੱਚ ਜਿਹੜਾ ਵੀ ਜੀਵ ਆਇਆ, ਉਹਨੇ ਇੱਥੋਂ ਜਾਣਾ ਹੀ ਜਾਣਾ ਵਾਪਸ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਭ ਨੇ ਆਪੋ ਆਪਣੀ ਵਾਰੀ ਮੁਤਾਬਕ, ਕਿਸੇ ਦੀ ਵਾਰੀ ਛੇਤੀ ਖਤਮ ਹੋ ਜਾਂਦੀ, ਕਿਸੇ ਦੀ ਥੋੜ੍ਹਾ ਲੰਮਾ ਸਮਾਂ ਚਲੀ ਜਾਂਦੀ। ਬਈ ਕਿਸੇ ਨੂੰ ਮਾਲਕ ਬਚਪਨ 'ਚ ਵੀ ਬੁਲਾ ਲੈਂਦਾ, ਕਿਸੇ ਨੂੰ ਜਵਾਨੀ 'ਚ ਬੁਲਾ ਲੈਂਦਾ, ਕਿਸੇ ਨੂੰ ਬੁਢੇਪੇ 'ਚ ਬੁਲਾ ਲੈਂਦਾ। ਜਾਣਾ ਤਾਂ ਸਭ ਨੇ ਹੈਗਾ ਹੀ ਹੈਗਾ। ਇਸ ਚਾਹੇ ਅਸੀਂ 100 ਸਾਲ ਵੀ ਜਿਉਂਦੇ ਰਹੀਏ,
ਫਿਰ ਕਿਹੜਾ ਅਸੀਂ ਇਹ ਸਰੀਰ ਨੂੰ ਛੱਡਣਾ ਨਹੀਂ, ਅਸੀਂ ਫਿਰ ਵੀ ਜਾਣਾ ਹੀ ਜਾਣਾ। ਮਹਾਰਾਜ ਤਾਈਆਂ ਫਰਮਾਉਂਦੇ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ। ਬਈ ਜਦੋਂ ਅਸੀਂ ਬੁੱਢੇ ਹੋ ਗਏ 100 ਸਾਲ ਵੀ ਕੱਢ ਲਈਏ, ਫਿਰ ਕਿਹੜਾ ਅਸੀਂ ਜਾਣਾ ਨਹੀਂ, ਫਿਰ ਵੀ ਜਾਣਾ। ਮਹਾਰਾਜ ਇਸ ਲਈ ਸਮਝਾਉਂਦੇ ਵੀ ਜਿਹੜਾ ਵੀ ਆਇਆ ਜਾਣਾ ਤਾਂ ਹੈਗਾ ਹੀ ਹੈਗਾ। ਕਿਸੇ ਨੇ ਪਹਿਲਾਂ ਚਲੇ ਜਾਣਾ, ਕਿਸੇ ਨੇ ਬਾਅਦ 'ਚੋਂ ਚਲੇ ਜਾਣਾ। ਫਿਰ ਮਹਾਰਾਜ ਕਹਿੰਦੇ ਜਾਣ ਦਾ ਰੋਸ ਕਾਹਦਾ, ਆਵਰ ਮੁਗੇ ਕਿਆ ਸੋਗ ਕਰੀਜੇ ਤੋ ਕੀਜੇ ਜਾਂ ਆਪਣ ਜੀਜੇ। ਵੀ ਹੋਰ ਦੇ ਮਰਨ 'ਤੇ ਤੁਸੀਂ ਸੋਗ ਤਾਂ ਕਰੋ ਵੀ ਅਸੀਂ ਜਿਉਂਦੇ ਰਹਿਣਾ, ਉਹ ਕਾਹਤੋਂ ਮਰ ਗਿਆ। ਬਈ ਸਾਨੂੰ ਤਾਂ ਮੌਤ ਆਉਣੀ ਨਹੀਂ ਜੀ। ਮਹਾਰਾਜ ਕਹਿੰਦੇ ਸਭ ਨੂੰ ਆਉਣੀ, ਜਿਹੜਾ ਵੀ ਜੀਵ ਆਇਆ ਸਭ ਦੀ ਵਾਰੀ ਆਉਣੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹੁਣ ਆਪਾਂ ਨੂੰ ਕਹਿੰਦੇ ਵੀ ਜਾਣਾ ਤਾਂ ਸਭ ਨੇ ਹੀ ਹੈ, ਪਰ ਜਾਣ ਦੇ ਵਿੱਚ ਅੰਤਰ ਹੈ, ਫਰਕ ਹੈ। ਜਾਂਦਾ ਮਨਮੁਖ ਵੀ ਹੈ, ਜਾਂਦੇ ਗੁਰਮੁਖ ਵੀ ਨੇ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਜਾਣਾ ਹੈ ਤੇ ਤੁਸੀਂ ਇੱਜ਼ਤ ਪੱਤ ਨਾਲ ਜਾਓ, ਤੁਸੀਂ ਆਪਦੇ ਅਸਲ ਘਰ ਜਾਓ, ਜਿੱਥੇ ਜਾ ਕੇ ਸਾਨੂੰ ਦੁਬਾਰਾ ਵਾਪਸ ਨਾ ਆਉਣਾ ਪਵੇ ਆਕਾਰਾਂ ਦੇ ਵਿੱਚ। ਇਸ ਤਰੀਕੇ ਨਾਲ ਮਰੋ ਵੀ ਸਾਨੂੰ ਵਾਰ-ਵਾਰ ਸਾਨੂੰ ਮਰਨਾ ਨਾ ਪਵੇ, ਸਾਨੂੰ ਦੁਬਾਰਾ ਨਾ ਆਉਣਾ ਪਵੇ ਵਾਪਸ। ਉਹ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜੇ ਅਸੀਂ ਹੁਣ ਗੁਰੂ ਦੀ ਮੱਤ ਲੈ ਕੇ, ਗਿਆਨ ਲੈ ਕੇ, ਸੋਝੀ ਲੈ ਕੇ ਜੇ ਅਸੀਂ ਸ਼ਬਦ ਦੁਬਾਰਾ ਮਰਨਾ ਸਿੱਖ ਲਈਏ, ਫਿਰ ਸਾਨੂੰ ਦੁਬਾਰਾ ਵਾਪਸ ਨਹੀਂ ਵਾਰ-ਵਾਰ ਮਰਨਾ ਪੈਂਦਾ। ਮਹਾਰਾਜ ਫਰਮਾਉਂਦੇ, ਸ਼ਬਦ ਮਰੇ ਤਾਂ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੀ ਜਾਏ। ਪੂਰੇ ਗੁਰ 'ਤੇ ਸੱਚ ਸਮਾਏ, ਵੀ ਫਿਰ ਅਸੀਂ ਦੁਬਾਰਾ ਨਹੀਂ ਆਵਾਂਗੇ ਵਾਪਸ। ਹੁਣ ਉਹ ਮਰਨ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ। ਇੱਕ ਤਾਂ ਹੁੰਦਾ ਤਨ ਦੀ ਮੌਤ, ਜਿਵੇਂ ਸੰਸਾਰ 'ਚ ਆਪਾਂ ਦੇਖਦੇ ਹਾਂ ਵੀ ਜੀਵ ਜਾ ਰਹੇ ਨੇ, ਪਰ ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਮਰਨਾ ਆਉਂਦਾ ਨਹੀਂ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣੇ ਕੋਈ। ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਈ। ਵੀ ਇੱਕ ਤਾਂ ਸੰਸਾਰ ਮਰਦਾ ਵੀ ਮਰਨਾ ਆਉਂਦਾ ਨਹੀਂ, ਇੱਕ ਐਸੀ ਮੌਤ ਹੈ ਵੀ ਦੁਬਾਰਾ ਨਹੀਂ ਸਾਡਾ ਮਰਨ ਹੁੰਦਾ। ਵਾਰ-ਵਾਰ ਸਾਨੂੰ ਮਰਨਾ ਨਹੀਂ ਪੈਂਦਾ, ਵਾਰ-ਵਾਰ ਸਾਨੂੰ ਜੰਮਣਾ ਨਹੀਂ ਪੈਂਦਾ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸ਼ਬਦ ਦੁਬਾਰਾ ਮਰ। ਜੇ ਅਸੀਂ ਭੁੱਲ ਗਏ ਹਾਂ, ਸਤਿਗੁਰੂ ਕਹਿੰਦੇ ਸਿੱਖ ਲਓ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਵੀ ਜੇ ਅਸੀਂ ਭੁੱਲ ਗਏ ਹਾਂ ਤੇ ਅਸੀਂ ਹੁਣ ਸਿੱਖ ਲਈਏ, ਗੁਰੂ ਤੋਂ ਪੁੱਛ ਲਈਏ ਵੀ ਕਿਵੇਂ ਅਸੀਂ ਮਰੀਏ। ਹੁਣ ਆਪਾਂ ਨੂੰ ਫਿਰ ਸਤਿਗੁਰੂ ਜਿਉਂਦੇ ਜੀ ਮਰਨਾ ਸਿਖਾਉਂਦੇ, ਦੇਹ ਤੋਂ ਸਾਨੂੰ ਵਧੇ ਹੋਣਾ ਸਿਖਾਉਂਦੇ। ਹੁਣ ਮਰਦੇ ਆਪਾਂ ਰੋਜ਼ ਹੀ ਹਾਂ। ਜਦੋਂ ਰਾਤ ਹੁੰਦੀ ਆਪਾਂ ਸੌਂ ਜਾਂਦੇ ਹਾਂ, ਆਪਾਂ ਮਰ ਜਾਂਦੇ ਇੱਧਰੋਂ। ਤਾਈਓ ਤਾਂ ਸਾਨੂੰ ਸੁੱਤਿਆਂ ਨੂੰ ਕੋਈ ਇੱਧਰ ਦਾ ਗਿਆਨ ਨਹੀਂ ਰਹਿੰਦਾ। ਜਦੋਂ ਆਪਾਂ ਗੂੜ੍ਹੀ ਨੀਂਦ ਸੌਂ ਜਾਂਦੇ, ਉਦੋਂ ਆਪਾਂ ਨੂੰ ਸਾਰਾ ਕੁਛ ਇੱਧਰੋਂ ਭੁੱਲ ਜਾਂਦਾ। ਕਿਉਂਕਿ ਆਪਾਂ ਜਿਉਂਦੇ ਜੀ ਮਰ ਗਏ, ਉਦੋਂ ਨਹੀਂ ਆਪਾਂ ਨੂੰ ਪਤਾ ਵੀ ਸਾਡੇ ਮਾਂ ਪਿਓ ਕੌਣ ਨੇ, ਸਾਡੇ ਭੈਣ ਭਰਾ ਕੌਣ ਨੇ, ਕੌਣ ਸਾਡੇ ਧੀਆਂ ਪੁੱਤਰ ਨੇ, ਸਭ ਭੁੱਲ ਗਏ ਆਪਾਂ ਨੂੰ, ਕਿਉਂਕਿ ਮਰ ਗਏ ਅਸੀਂ। ਜਦੋਂ ਫਿਰ ਸਵੇਰ ਹੁੰਦੀ, ਫਿਰ ਇੱਧਰ ਜਿਉਂਦੇ ਹੋ ਜਾਂਦੇ, ਫਿਰ ਉਹੀਓ ਡਰਾਮਾ ਸ਼ੁਰੂ ਹੋ ਜਾਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਸੱਚੇ ਪਾਤਸ਼ਾਹ ਬਈ ਇਹ ਅਸੀਂ ਮਰਦੇ ਤਾਂ ਹੈਗੇ ਹਾਂ, ਪਰ ਅਸੀਂ ਹੁਣ ਆਪਦੇ ਆਪ ਮਰਨਾ ਸਿੱਖਣਾ। ਬਈ ਆਪਦੇ ਆਪ ਅਸੀਂ ਦੇਹ ਤੋਂ ਵਧੇ ਹੋਣਾ ਸਿੱਖਣਾ। ਜਿਉਂਦੇ ਜੀ ਇਹਨੂੰ ਕਹਿੰਦੇ ਮਰਨਾ ਸਿੱਖਣਾ, ਵੀ ਆਪਦੀ ਇੱਛਾ ਦੁਆਰਾ। ਹੁਣ ਤਾਂ ਸਾਨੂੰ ਕੁਦਰਤ ਵੱਲੋਂ ਇਹ ਸਰੀਰ ਤੋਂ ਵੱਖ ਕਰਾਇਆ ਜਾਂਦਾ, ਵੀ ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕਿਵੇਂ ਇਸ ਸਰੀਰ ਤੋਂ ਵੱਖ ਹੋ ਗਏ, ਕਿਵੇਂ ਅਸੀਂ ਸੁੱਤੇ ਅਤੇ ਫਿਰ ਅਸੀਂ ਕਿੱਥੇ ਗਏ। ਹੁਣ ਜਦੋਂ ਆਪਾਂ ਇਹ ਸਿਮਰਨ ਅਭਿਆਸ ਕਰਾਂਗੇ, ਆਪਦੇ ਆਪ
ਅਸੀਂ ਇਹ ਪਾਉਣ ਤੋਂ ਵੱਖ ਹੋਣਾ ਸਿੱਖਾਂਗੇ, ਫਿਰ ਸਾਨੂੰ ਭੇਦ ਲੱਗੇਗਾ ਵੀ ਅਸੀਂ ਅੱਗੇ ਜਾਣਾ ਕਿੱਥੇ। ਅਤੇ ਮਹਾਰਾਜ ਕਹਿੰਦੇ ਵੀ ਇੰਨੀ ਛੇਤੀ ਅਸੀਂ ਸੌਣਾ ਸਿੱਖ ਲੈਣਾ ਵੀ ਅੱਖ ਦੇ ਫੁਲਕਾਰੇ ਨਾਲ ਹੀ ਜਦੋਂ ਸਾਡੀ ਇੱਛਾ ਉਦੋਂ ਹੀ ਅਸੀਂ ਸੁਣਨ ਵਿੱਚ ਚਲੇ ਜਾਈਏ, ਸਾਨੂੰ ਨੀਂਦ ਆ ਜੀ। ਮਹਾਰਾਜ ਕਹਿੰਦੇ ਜੀਵਤ ਮਰੇ ਮਰੇ ਫੁਨ ਜੀਵੇ ਐਸੇ ਸੁਣ ਸਮਾਇਆ, ਵੀ ਸਾਡੀ ਇੱਛਾ ਮੁਤਾਬਕ ਜਦੋਂ ਸਾਡੀ ਇੱਛਾ ਅਸੀਂ ਉਦੋਂ ਮਰ ਜਾਈਏ, ਇੱਧਰੋਂ ਸੁਣਨ 'ਚ ਚਲੇ ਜਾਈਏ, ਜਦੋਂ ਸਾਡੀ ਇੱਛਾ ਅਸੀਂ ਫਿਰ ਜਿਉਂਦੇ ਹੋ ਜਾਈਏ, ਇੱਧਰ ਆ ਜਾਈਏ। ਇਹ ਫਿਰ ਅਸੀਂ ਵਾਰ ਵਾਰ ਅਭਿਆਸ ਕਰਨਾ ਹੁੰਦਾ, ਇਹਨੂੰ ਕਹਿੰਦੇ ਜਿਉਂਦੇ ਜੀ ਮਰਨਾ ਸਿੱਖਣਾ। ਜਿੰਨਾ ਸਾਡੇ ਵਿਚਾਰ ਫੁਰਨੇ ਘੱਟ ਹੋਣਗੇ ਓਨੀ ਛੇਤੀ ਅਸੀਂ ਸੁਣਨ 'ਚ ਜਾਵਾਂਗੇ। ਜਿੰਨੇ ਸਾਡੇ ਵਿਚਾਰ ਨੇ ਫੁਰਨੇ ਨੇ ਉਹ ਸਾਨੂੰ ਵਿਚਾਰ ਫੁਰਨੇ ਸੁਣਨ 'ਚ ਜਾਣ ਨਹੀਂ ਦੇਣਗੇ, ਸਾਨੂੰ ਮਰਨ ਨਹੀਂ ਦੇਣਗੇ। ਹੁਣ ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਤਨ ਦੀ ਮੌਤ ਹੁੰਦੀ, ਆਪਾਂ ਕਹਿੰਦੇ ਵੀ ਇਹਦੇ ਵਿੱਚ ਸਵਾਸ ਖਤਮ ਹੋ ਗਈ ਜੀ, ਸਵਾਸ ਪੂਰੇ ਹੋ ਗਏ, ਅਤੇ ਕਹਿੰਦੇ ਵੀ ਜੀਵ ਦੇਹ ਛੱਡ ਗਿਆ ਜੀ, ਮਰ ਗਿਆ ਜੀ। ਹੁਣ ਮਨ ਨੂੰ ਕਦੋਂ ਕਹਿੰਦੇ ਮਰ ਗਿਆ? ਜਦੋਂ ਇਹ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਂਦਾ, ਜਦੋਂ ਇਹ ਵਿਚਾਰ ਫੁਰਨੇ ਸਾਡੇ ਬਿਲਕੁਲ ਖਤਮ ਹੋ ਗਏ, ਕਹਿੰਦੇ ਮਨ ਮਰ ਗਿਆ। ਕਿਉਂਕਿ ਜੇ ਸਾਡੇ ਅੰਦਰ ਵਿਚਾਰ ਚੱਲਦੇ ਫੁਰਨੇ ਚੱਲਦੇ ਫਿਰ ਇਹ ਮਰਿਆ ਨਹੀਂ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਉਦਾਹਰਨ ਦੇ ਕੇ ਵੀ ਜਦੋਂ ਹੁਣ ਆਪਾਂ ਇਹ ਸਿਮਰਨ ਕਰਦੇ ਹਾਂ, ਇਹ ਸੁਣਨ 'ਚ ਜਾ ਵੜਦਾ। ਅਤੇ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਆਖੋ ਵੀ ਇਹ ਸੁਣਨ 'ਚ ਚਲਾ ਗਿਆ, ਮਰ ਗਿਆ, ਮਰਿਆ ਨਹੀਂ। ਜਿਵੇਂ ਉਦਾਹਰਨ ਦਿੰਦੇ ਵੀ ਇੱਕ ਸੱਪ ਹੈ, ਉਹ ਸੱਪ ਨੂੰ ਤੁਸੀਂ ਮਾਰਨ ਲੱਗੇ, ਉਹ ਭੱਜ ਕੇ ਬਰਮੀ ਦੇ ਵਿੱਚ ਵੜ ਗਈ, ਖੁੱਡ ਨੂੰ ਬਰਮੀ ਦਾ ਨਾਂ ਦਿੱਤਾ। ਹੁਣ ਆਪਾਂ ਉਹ ਬਰਮੀ ਦਾ ਮੂੰਹ ਤੋਂ ਬੰਦ ਕਰਤਾ ਅਤੇ ਆਖੀਏ ਵੀ ਸੱਪ ਮਰ ਗਿਆ, ਉਹ ਕਹਿੰਦੇ ਮਰਿਆ ਨਹੀਂ, ਵੀ ਉਹ ਕਿਸੇ ਸਮੇਂ ਵੀ ਫਿਰ ਬਾਹਰ ਨਿਕਲ ਸਕਦਾ ਅਤੇ ਫਿਰ ਨੁਕਸਾਨ ਕਰ ਸਕਦਾ। ਇਹ ਇਸੇ ਤਰ੍ਹਾਂ ਹੀ ਜਦੋਂ ਹੁਣ ਆਪਾਂ ਸਿਮਰਨ ਕਰਦੇ ਹਾਂ, ਇਹ ਮਨ ਭੱਜ ਕੇ ਸੁਣਨ 'ਚ ਜਾ ਵੜਦਾ। ਜੇ ਆਪਾਂ ਆਖੀਏ ਵੀ ਮਨ ਮਰ ਗਿਆ ਜੀ, ਕਹਿੰਦੇ ਮਰਿਆ ਨਹੀਂ, ਇਹ ਸੁਣਨ ਤੋਂ ਫਿਰ ਬਾਹਰ ਆਏਗਾ, ਫਿਰ ਵਿਚਾਰ ਲਏਗਾ, ਫਿਰ ਫੁਰਨੇ ਲਏਗਾ। ਇਹਨੂੰ ਓਨਾ ਸਮਾਂ ਮਰਿਆ ਨਹੀਂ ਸਮਝਣਾ ਜਿੰਨਾ ਸਮਾਂ ਇਹ ਸੁਣਨ 'ਚ ਜਾ ਕੇ ਨਾਦ ਨੂੰ ਨਹੀਂ ਫੜਦਾ। ਜਿਹੜਾ ਸ਼ਬਦ ਗੁਰੂ ਹੈ ਉਹਨੂੰ ਸੁਣਦਾ ਨਹੀਂ, ਉਹ ਸ਼ਬਦ ਗੁਰੂ 'ਚ ਸਮਾਉਂਦਾ ਨਹੀਂ, ਉੱਥੋਂ ਅੰਮ੍ਰਿਤ ਨਹੀਂ ਆਉਂਦਾ। ਓਨਾ ਸਮਾਂ ਇਹਨੂੰ ਇਹ ਨਹੀਂ ਸਮਝਣਾ ਵੀ ਇਹ ਮਰ ਗਿਆ। ਮਹਾਰਾਜ ਫਰਮਾਉਂਦੇ ਗੋਬਿੰਦ ਭਜਨ ਕੀ ਮਤ ਹੈ ਹੋਰਾ, ਬਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਡੋਰਾ। ਬਈ ਜਿਵੇਂ ਉਹ ਬਰਮੀ ਦਾ ਮੂੰਹ ਬੰਦ ਕਰਕੇ ਅਸੀਂ ਆਖੀਏ ਸੱਪ ਮਰ ਗਿਆ, ਮਰਿਆ ਨਹੀਂ, ਇਸੇ ਤਰ੍ਹਾਂ ਹੀ ਜਦੋਂ ਹੁਣ ਅਸੀਂ ਇਹ ਸਿਮਰਨ ਕਰਦੇ ਸੁਣਨ 'ਚ ਚਲਾ ਜਾਂਦਾ ਅਤੇ ਅਸੀਂ ਆਖੀਏ ਮਰ ਗਿਆ, ਮਰਿਆ ਨਹੀਂ, ਸੁਣਨ ਤੋਂ ਫਿਰ ਬਾਹਰ ਆਉਂਦਾ, ਫਿਰ ਵਿਚਾਰ, ਫਿਰ ਫੁਰਨੇ। ਹੁਣ ਆਪਾਂ ਨੂੰ ਕਹਿੰਦੇ ਵੀ ਓਨਾ ਸਮਾਂ ਇਹਨੂੰ ਛੱਡਣਾ ਨਹੀਂ ਮਨ ਨੂੰ ਜਿੰਨਾ ਸਮਾਂ ਇਹ ਨਾਮ ਨੂੰ ਸੁਣਦਾ ਨਹੀਂ, ਨਾਮ ਦੇ ਵਿੱਚ ਸਮਾਉਂਦਾ ਨਹੀਂ ਅਤੇ ਅੰਮ੍ਰਿਤ ਨਹੀਂ ਆਉਂਦਾ। ਹੁਣ ਉਹਦੇ ਵਾਸਤੇ ਫਿਰ ਇਹ ਆਪਾਂ ਵਾਰ ਵਾਰ ਅਭਿਆਸ ਕਰਨਾ, ਵਾਰ ਵਾਰ ਸਿਮਰਨ ਕਰਨਾ, ਵਾਰ ਵਾਰ ਇਹਨੂੰ ਸੁਣਨ 'ਚ ਲੈ ਕੇ ਜਾਣਾ। ਵਾਰ ਵਾਰ ਅਸੀਂ ਸੁਣਨ ਦੇ ਵਿੱਚ ਜਦੋਂ ਜਾਵਾਂਗੇ ਉੱਥੋਂ ਫਿਰ ਉਹ ਸ਼ਬਦ ਪ੍ਰਗਟ ਹੁੰਦੇ। ਮਹਾਰਾਜ ਕਹਿੰਦੇ ਧੁਨ ਉਪਜੀ ਸ਼ਬਦ ਜਗਾਇਆ, ਫਿਰ ਉਹ ਸ਼ਬਦ ਦੁਆਰਾ ਸਾਡਾ ਮਨ ਜਾਗਤ। ਉਸ ਸੁਣਨ ਦੇ ਵਿੱਚੋਂ ਫਿਰ ਇਹ ਨਾਦ ਪ੍ਰਗਟ ਹੁੰਦਾ। ਸੁਨ ਸਮਾਦ ਅਨਹਤ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਤ। ਫਿਰ ਅਸੀਂ ਉਹ ਸ਼ਬਦ ਗੁਰੂ ਨੂੰ ਸੁਣਨਾ, ਉਹ ਧੁਨ ਨੂੰ ਸੁਣਨਾ। ਫਿਰ ਜਿਉਂ-ਜਿਉਂ ਅਸੀਂ ਸੁਣਾਂਗੇ ਉਹਨੂੰ ਸੁਣਨ ਦੇ ਨਾਲ ਸਾਡੇ ਮਨ ਦੇ ਜਿਹੜੇ ਦੁੱਖਾਂ ਪਾਪਾਂ ਦਾ ਫਿਰ ਇਹ ਨਾਸ ਹੋਣਾ। ਇਸੇ ਸੁਣ ਪਰਥਾਈ ਗੁਰੂ ਨਾਨਕ ਪਾਤਸ਼ਾਹ ਸਾਨੂੰ ਰੋਜ਼ ਫਰਮਾਉਂਦੇ, ਸੁਣਿਆ ਦੁੱਖ ਪਾਪ ਕਾ ਨਾਸ। ਵੀ ਜਦੋਂ ਅਸੀਂ ਨਾਮ ਨੂੰ, ਨਾਦ ਨੂੰ ਸੁਣਾਂਗੇ ਫਿਰ ਸਾਡੇ ਦੁੱਖਾਂ ਪਾਪਾਂ ਦਾ, ਕਲੇਸ਼ਾਂ ਦਾ ਨਾਸ ਹੋਣਾ।
ਫਿਰ ਇਹ ਸਾਡੇ ਮਨ ਨੇ ਸੁਖੀ ਹੋਣਾ, ਫਿਰ ਇਹਨੇ ਆਨੰਦ ਅਵਸਥਾ 'ਚ ਜਾਣਾ। ਉਸੇ ਨਾਮ ਨੂੰ ਹੀ ਕਹਿੰਦੇ ਪਰਮਾਤਮਾ ਦੇ ਮੁਖ ਦੀ ਬਾਣੀ। ਬਾਣੀ ਹੁੰਦੀ ਮੁਖ 'ਚ ਉਚਾਰਨ ਕੀਤੀ, ਜਿਵੇਂ ਹੁਣ ਆਪਾਂ ਬੋਲਦੇ ਇਹਨੂੰ ਕੱਚੀ ਬਾਣੀ ਕਹਿੰਦੇ। ਜਿਹੜੀ ਗੁਰੂਆਂ ਦੇ ਭਗਤਾਂ ਦੇ ਮੁਖ ਦੀ ਬਾਣੀ ਉਹਨੂੰ ਗੁਰਬਾਣੀ ਕਹਿੰਦੇ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਜੋ ਪਰਮਾਤਮਾ ਨਿਰੰਕਾਰ ਹੈ, ਵਾਹਿਗੁਰੂ ਪ੍ਰਕਾਸ਼, ਉਹਦੇ ਮੁਖ ਦੀ ਬਾਣੀ ਜਿਹੜੀ ਉਹਨੂੰ ਕਹਿੰਦੇ ਧੁਰ ਕੀ ਬਾਣੀ। ਬਈ ਧੁਰ ਤੋਂ ਕਿੱਥੋਂ? ਪਰਮਾਤਮਾ ਦੇ ਮੁਖ ਦੇ ਵਿੱਚੋਂ ਪ੍ਰਗਟ ਹੋ ਰਹੀ, ਉਹਨੂੰ ਕਹਿੰਦੇ ਅਨਹਦ ਬਾਣੀ, ਉਹਨੂੰ ਕਹਿੰਦੇ ਹਰੀ ਦੀ ਕਥਾ। ਹੁਣ ਜਦੋਂ ਅਸੀਂ ਉਹਨੂੰ ਸੁਣਾਂਗੇ, ਜਿਹੜੀ ਉਹ ਧੁਰ ਤੋਂ ਬਾਣੀ ਪ੍ਰਗਟ ਹੋ ਰਹੀ, ਉਹਨੂੰ ਸੁਣਨ ਦੇ ਨਾਲ ਸਾਡੀ ਚਿੰਤਾ ਫਿਕਰ ਜਿਹੜੇ ਉਹ ਖਤਮ ਹੁੰਦੀ। ਮਾਰੇ ਫਰਮਾਉਂਦੇ ਧੁਰ ਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਿਟਾਈ। ਬਈ ਉਹਨੂੰ ਸੁਣ ਕੇ ਸਾਡੀ ਚਿੰਤਾ ਜਿਹੜੀ ਉਹ ਸਾਰੀ ਮਿਟ ਜਾਂਦੀ, ਫਿਕਰ ਜਿਹੜੇ ਸਹਿੰਸੇ ਦੁੱਖ ਉਹ ਸਭ ਖਤਮ ਹੋ ਜਾਂਦੇ। ਉਸੇ ਬਾਣੀ ਨੂੰ ਹੀ ਗੁਰਬਾਣੀ ਗੁਰੂ ਚਾਖਿਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵ ਅਵਰ ਨਾ ਕੋਈ। ਵੀ ਉਹ ਬਾਣੀ ਜਿਹੜੀ ਉਹ ਨਿਰੰਕਾਰ ਹੈ, ਕਿਉਂਕਿ ਉਹਦਾ ਕੋਈ ਆਕਾਰ ਨਹੀਂ। ਨਿਰੰਕਾਰ ਦਾ ਭਾਵ ਹੁੰਦਾ ਵੀ ਜਿਹਦਾ ਕੋਈ ਆਕਾਰ ਨਾ ਹੋਵੇ, ਜਿਵੇਂ ਨਿਰੰਕਾਰ ਪਰਮਾਤਮਾ ਆਪ ਵਾਹਿਗੁਰੂ। ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਮੁਖ ਦੀ ਬਾਣੀ ਉਹ ਵੀ ਨਿਰੰਕਾਰ ਹੈ, ਉਹਦਾ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ ਹੈ। ਉਹ ਕਿਸੇ ਬਾਣੀ ਲਿਖਤ ਪੜ੍ਹਤ ਵਿੱਚ ਨਹੀਂ ਆਉਂਦੀ, ਉਹਨੂੰ ਲਿਖਣ ਵਾਸਤੇ ਕੋਈ ਕਾਗਜ਼ ਕੋਈ ਕਲਮ ਨਹੀਂ ਬਣੀ। ਜੋ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਵੀ ਉਹ ਜਿਹੜਾ ਨਾਮ ਹੈ, ਜਿਹੜੀ ਧੁਰ ਤੋਂ ਬਾਣੀ ਨਿਰੰਕਾਰ ਜਿਹੜੀ ਪ੍ਰਗਟ ਹੋ ਰਹੀ, ਉਹਦਾ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ ਹੈ, ਉਹ ਕਿਸੇ ਲਿਖਤ ਪੜ੍ਹਤ ਵਿੱਚ ਨਹੀਂ ਆਉਂਦੀ, ਉਹ ਅਨਹਦ ਸ਼ਬਦ ਹੈ। ਮਾਰੇ ਫਰਮਾਉਂਦੇ ਤਿਸ ਰੂਪ ਨਾ ਰੇਖ ਅਨਾਹਦ ਵਾਜੇ, ਸ਼ਬਦ ਨਿਰੰਜਨ ਕੀ ਆ। ਵੀ ਉਹਦਾ ਬਾਣੀ ਦਾ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ, ਉਹਨੂੰ ਕਹਿੰਦੇ ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਹੁਣ ਉਹ ਜਿਹੜੀ ਬਾਣੀ, ਉਸ ਬਾਣੀ ਦੀ ਉਸਤਤ ਵਡਿਆਈ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਕੀਤੀ, ਉਹਨੂੰ ਕਹਿੰਦੇ ਹਰੀ ਦੀ ਕਥਾ, ਜਿਹਨੂੰ ਸੁਣਨ ਦੇ ਨਾਲ ਸਾਡੇ ਸਾਰੇ ਦੁੱਖ ਪਾਪ ਜਿਹੜੇ ਉਹ ਖਤਮ ਹੋ ਜਾਂਦੇ। ਸਭ ਦੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਹੁਣ ਜੇ ਸਾਡਾ ਮਨ ਅੱਜ ਸ਼ਾਂਤ ਹੈ, ਜੇ ਸਾਡਾ ਮਨ ਦੁਖੀ ਹੈ, ਜੇ ਸਾਡੇ ਮਨ 'ਚ ਕਲਾ ਕਲੇਸ਼ ਹੈ, ਫਿਰ ਗੁਰੂ ਨਾਨਕ ਦਾ ਘਰ ਸਾਨੂੰ ਇਹ ਦੱਸਦਾ ਵੀ ਅਸੀਂ ਉਹ ਬਾਣੀ ਨੂੰ ਸੁਣਿਆ ਨਹੀਂ, ਅਸੀਂ ਨਾਮ ਦਾ ਭੇਤ ਨਹੀਂ ਲਿਆ। ਜੋ ਸਾਨੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਦਾਤ ਮਿਲਣੀ ਸੀ, ਅਸੀਂ ਉਹ ਦਾਤ ਲਈ ਨਹੀਂ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕੀ ਹੈ, ਮਹਾਰਾਜ ਫਰਮਾਉਂਦੇ ਨਾਨਕ ਕੇ ਘਰ ਕੇਵਲ ਨਾਮ। ਬਈ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਨਾਮ ਹੈ, ਅਤੇ ਉਹ ਨਾਮ ਦੇ ਨਾਲ ਸਾਡੇ ਦੁੱਖਾਂ ਪਾਪਾਂ ਦਾ ਨਾਸ ਹੋਣਾ। ਹੁਣ ਜੇ ਸਾਡੇ ਦੁੱਖਾਂ ਪਾਪਾਂ ਦਾ ਨਾਸ ਨਹੀਂ ਹੋਇਆ, ਕਲਾ ਕਲੇਸ਼ ਸਾਡਾ ਮਿਟਿਆ ਕੋਈ ਨਹੀਂ, ਇਹਦਾ ਕਾਰਨ ਫਿਰ ਇਹੀਓ ਆ ਵੀ ਜੋ ਅਸੀਂ ਦਾਤ ਲੈਣੀ ਸੀ ਗੁਰੂ ਨਾਨਕ ਦੇ ਘਰ 'ਚੋਂ, ਉਹ ਤਾਂ ਅਸੀਂ ਲਈ ਨਹੀਂ ਦਾਤ। ਫਿਰ ਮਹਾਰਾਜ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਉਹ ਦਾਤ ਸਾਨੂੰ ਮਿਲਣੀ ਸਤਿਗੁਰਾਂ ਤੋਂ। ਉਹ ਦਾਤ ਲੈਣ ਵਾਸਤੇ ਸਾਨੂੰ ਸੋਝੀ ਹੋਣੀ ਜ਼ਰੂਰੀ ਹੈ, ਸਾਨੂੰ ਸਤ ਸੰਗਤ ਕਰਨੀ ਜ਼ਰੂਰੀ ਹੈ, ਕਿਉਂਕਿ ਸਾਨੂੰ ਪਤਾ ਤਾਂ ਲੱਗੇ ਬਈ ਉਹ ਨਾਮ ਹੈ ਕੀ ਹੈ, ਜਿਹਨੂੰ ਜੀਵ ਜਾਣੇ ਅਣਜਾਣੇ ਵਿੱਚ ਮੰਗਦਾ। ਜੀਵ ਜਾਣਦੇ ਸੰਤਾਂ ਸਾਧੂਆਂ ਪਾਸ, ਉਹਨਾਂ ਨੂੰ ਬੇਨਤੀ ਕਰਦੇ ਸਾਨੂੰ ਨਾਮ ਦੇ ਦਿਓ ਜੀ। ਆਪਾਂ ਗੁਰੂ ਘਰ ਆਉਂਦੇ ਹਾਂ, ਇੱਥੇ ਆ ਕੇ ਬੇਨਤੀ ਕਰਦੇ ਸਾਨੂੰ ਨਾਮ ਦੇ ਦਿਓ ਜੀ। ਅਤੇ ਰੋਜ਼ ਜਦੋਂ ਗੁਰਮੁਖ ਅਰਦਾਸ ਕਰਦੇ, ਅਰਦਾਸ 'ਚ ਵੀ ਜੋ ਮੰਗਦੇ, ਸਿੱਖਾਂ ਨੂੰ ਦਾਨਾ ਸਿਰਦਾਨ ਨਾਮਦਾਨ।
ਹੁਣ ਇਹ ਜਿਹੜਾ ਅਸੀਂ ਨਾਮ ਦਾ ਦਾਨ ਸੁਣ ਸੁਣਾ ਕੇ ਮੰਗੀ ਜਾਂਦੇ ਹਾਂ ਵੀ ਸਾਨੂੰ ਵੀ ਨਾਮ ਦੇ ਦਿਓ ਜੀ, ਨਾਮ ਦੇ ਦਿਓ ਜੀ। ਹੁਣ ਪਹਿਲਾਂ ਸਾਨੂੰ ਇਹ ਗਿਆਨ ਤਾਂ ਹੋਵੇ ਵੀ ਨਾਮ ਹੈ ਕੀ ਹੈ ਜਿਹੜਾ ਅਸੀਂ ਮੰਗਦੇ। ਮਹਾਰਾਜ ਸਾਨੂੰ ਫਿਰ ਗਿਆਨ ਦਿੰਦੇ ਸੋਝੀ ਵੀ ਇਹ ਜਿਹੜਾ ਤੁਸੀਂ ਨਾਮ ਮੰਗਦੇ ਹੋ ਬਈ ਇਹ ਨਾਮ ਤੁਹਾਨੂੰ ਕਿਤੋਂ ਬਾਹਰੋਂ ਨਹੀਂ ਮਿਲਣਾ, ਇਹ ਨਾਮ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਸੀ। ਮਹਾਰਾਜ ਫਰਮਾਉਂਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਵੀ ਇਹ ਜਿਹੜਾ ਨਾਮ ਹੈ ਇਹ ਸਾਡੀ ਦੇਹ ਦੇ ਵਿੱਚ ਆਕਾਰ ਦੇ ਵਿੱਚ ਮੌਜੂਦ ਹੈ। ਹੁਣ ਇਹ ਨਾਮ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲਦਾ, ਚਾਹੇ ਕੋਈ ਸੰਤ ਹੈ ਕੋਈ ਸਾਧੂ ਹੈ ਉਹ ਸਾਨੂੰ ਨਾਮ ਨਹੀਂ ਦੇ ਸਕਦਾ। ਸਾਨੂੰ ਉਹਨਾਂ ਨੇ ਸੰਤਾਂ ਸਾਧੂਆਂ ਨੇ ਨਾਮ ਦਾ ਭੇਦ ਦੇਣਾ ਹੁੰਦਾ ਵੀ ਜਿਹੜਾ ਨਾਮ ਹੈ ਉਹ ਤਾਂ ਸਾਡੇ ਸਭ ਦੇ ਅੰਦਰ ਹੀ ਹੈ। ਇਹ ਨਾਮ ਜਿਹੜਾ ਪ੍ਰਗਟ ਹੁੰਦਾ ਗੁਰੂ ਦੀ ਮੱਤ ਦੁਆਰਾ, ਉਹਨਾਂ ਨੇ ਸਾਨੂੰ ਵਿਧੀ ਜੁਗਤੀ ਤਰੀਕਾ ਦੱਸਣਾ ਹੁੰਦਾ ਵੀ ਇਹ ਨਾਮ ਕਿਵੇਂ ਪ੍ਰਗਟ ਅਸੀਂ ਕਰ ਸਕਦੇ। ਜਿਹੜਾ ਨਾਮ ਸਾਡੇ ਸਾਰਿਆਂ ਦੇ ਅੰਦਰ ਗੁਪਤ ਹੈ, ਇਹ ਗੁਪਤ ਨਾਮ ਪ੍ਰਗਟ ਹੁੰਦਾ ਜਿਹੜੇ ਗੁਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ। ਮਾਰੇ ਫਰਮਾਉਂਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘੜ ਘੜ ਹਰ ਭਰਪੂਰ ਰਿਹਾ ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭਜ ਪਿਆ। ਬਈ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵਾਂਗੇ, ਇਹ ਜਿਹੜਾ ਨਾਮ ਸਾਡੇ ਅੰਦਰ ਗੁਪਤ ਹੈ ਉਹ ਗੁਪਤ ਨਾਮ ਸਾਡੇ ਅੰਦਰ ਪ੍ਰਗਟ ਹੋ ਜਾਂਦਾ। ਹੌੜੇ ਨਾਮ ਨੂੰ ਪ੍ਰਗਟ ਕਰਨ ਵਾਸਤੇ ਫਿਰ ਮਹਾਰਾਜ ਸਾਨੂੰ ਦੱਸਦੇ ਵੀ ਇਹ ਸਿਮਰਨ ਅਭਿਆਸ। ਜਦੋਂ ਹੁਣ ਇਹ ਆਪਾਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ ਇਹ ਸਾਸ ਗਿਰਾ ਸਿਮਰਨ ਕਰਦੇ ਹਾਂ, ਇਹਨਾਂ ਸਵਾਸਾਂ ਦੇ ਵਿੱਚ ਮਿਲ ਕੇ ਆਪ ਅਭਿਆਸ ਕਰਦੇ ਹਾਂ, ਫਿਰ ਇਹ ਸਾਡਾ ਮਨ ਹੈ ਜਿਹੜਾ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੁੰਦਾ ਅਤੇ ਫਿਰ ਆਪਾਂ ਨੂੰ ਇਹ ਜਿਹੜਾ ਨਾਮ ਹੈ ਇਹ ਸਾਡੇ ਅੰਦਰ ਹੀ ਪ੍ਰਗਟ ਹੋ ਜਾਂਦਾ ਅਤੇ ਸਾਨੂੰ ਸੁਣਾਈ ਦੇਣ ਲੱਗ ਜਾਂਦਾ। ਹੁਣ ਜਿਹੜਾ ਨਾਮ ਸਾਡੇ ਅੰਦਰ ਗੁਪਤ ਹੈ ਇਹ ਕਿਵੇਂ ਪ੍ਰਗਟ ਹੁੰਦਾ, ਉਹਦੇ ਵਾਸਤੇ ਫਿਰ ਇਹ ਸਾਨੂੰ ਸਿਮਰਨ ਅਭਿਆਸ ਕਰਨਾ ਪੈਂਦਾ। ਆਓ ਜੋ ਸਤਿਗੁਰੂ ਹੁਣ ਆਪਾਂ ਨੂੰ ਇਹ ਸਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਾਂ ਅਭਿਆਸ ਕਰਦੇ ਕਰਦੇ ਹੌਲੀ ਹੌਲੀ ਅਸੀਂ ਅੰਤਰਮੁਖੀ ਹੁੰਦੇ ਜਾਵਾਂਗੇ, ਸਾਡਾ ਮਨ ਸੁਣਨ 'ਚ ਚਲਾ ਜਾਵੇ। ਜਦੋਂ ਅਸੀਂ ਸੁਣਨ 'ਚ ਜਾਵਾਂਗੇ, ਸੁਣਨ ਦੇ ਵਿੱਚੋਂ ਹੀ ਫਿਰ ਉਹ ਸਾਨੂੰ ਸ਼ਬਦ ਜਿਹੜੇ ਸੁਣਾਈ ਦਿੰਦੇ। ਸਾਡੇ ਸਾਰਿਆਂ ਦੇ ਅੰਦਰ ਨਾਮ ਤਾਂ ਚੱਲ ਹੀ ਰਹੇ, ਅਨਹਦ ਵਾਜੇ ਵੱਜ ਰਹੇ ਨੇ, ਜਿੰਨਾ ਸਮਾਂ ਆਪਣੇ ਸਵਾਸ ਚੱਲਦੇ ਵੱਜੀ ਜਾਂਦੇ, ਇਹ ਬੰਦ ਨਹੀਂ ਹੁੰਦੇ। ਆਪਣੇ ਅੰਦਰ ਧੁਨਾਂ ਲਗਾਤਾਰ ਵੱਜ ਰਹੀਆਂ, ਔਰ ਇਹ ਸੁਣਦੀਆਂ ਸਾਨੂੰ ਉਦੋਂ ਨਹੀਂ ਜਦੋਂ ਸਾਡਾ ਮਨ ਬਾਹਰ ਮੁਖੀ ਹੁੰਦਾ, ਅਸੀਂ ਵਿਚਾਰਾਂ 'ਚ ਸੁੱਤੇ ਹੁੰਦੇ, ਫੁਰਨਿਆਂ 'ਚ, ਉਦੋਂ ਸਾਨੂੰ ਸੁਣਾਈ ਨਹੀਂ ਦਿੰਦੀ। ਜਦੋਂ ਅਸੀਂ ਮਨ ਨੂੰ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਕਰ ਲਾਂਗੇ ਅਤੇ ਫਿਰ ਸਾਨੂੰ ਅਨਹਦ ਵਾਜੇ ਅਨਹਦ ਧੁਨਾਂ ਅੰਦਰੋਂ ਹੀ ਸੁਣਨੀਆਂ ਸ਼ੁਰੂ ਹੋ ਜਾਣ। ਮਹਾਰਾਜ ਇਸ ਲਈ ਸਮਝਾਉਂਦੇ ਵੀ ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਸਾਡੇ ਅੰਦਰ ਧਨਕਾਰ ਪੈਣੀ, ਫਿਰ ਸਾਨੂੰ ਸੁਣ ਫਰਮਾਉਂਦੇ ਪ੍ਰਭ ਕੇ ਸਿਮਰਨ ਅਨਹਦ ਧਨਕਾਰ। ਮਾਲਕ ਦੇ ਸਿਮਰਨ ਕਰਨ ਦੇ ਨਾਲ ਅਨਹਦ ਜੋ ਧਨਕਾਰਾਂ ਸਾਡੇ ਅੰਦਰ ਜੋ ਬਾਜੀ ਵੱਜਦੇ, ਫਿਰ ਹੀ ਸਾਨੂੰ ਸੁਣਨੇ ਸ਼ੁਰੂ ਹੁੰਦੇ। ਫਿਰ ਜਿਉਂ-ਜਿਉਂ ਅਸੀਂ ਉਹਨਾਂ ਸ਼ਬਦਾਂ ਨੂੰ ਸੁਣਾਂਗੇ ਤਿਉਂ-ਤਿਉਂ ਸਾਡਾ ਮਨ ਸ਼ੀਤਲ ਹੋਏਗਾ, ਤਿਉਂ-ਤਿਉਂ ਸਾਡਾ ਮਨ ਠੰਡਾ ਹੋਏਗਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਮਹਾਰਾਜ ਵੀ ਸੁਣਨ ਵਾਸਤੇ ਤੁਸੀਂ ਸਹਿਜ ਦੇ ਵਿੱਚ ਧਿਆਨ ਲਾ ਕੇ ਸੁਣ। ਫਰਮਾਉਂਦੇ ਸੁਣਿਆ ਲਾਗੇ ਸਹਿਜ ਧਿਆਨ, ਵੀ ਸਹਿਜ ਵਿੱਚ ਜਾ ਕੇ ਧਿਆਨ ਦੇ ਨਾਲ ਜਦੋਂ ਅਸੀਂ ਸੁਣਾਂਗੇ ਤਾਂ ਸਾਨੂੰ ਸੁਣਾਈ ਦੇਣਗੇ ਵਾਜੇ। ਉਹ ਹੌਲੀ ਸਹਿਜ ਵਿੱਚ ਜਾਣ ਵਾਸਤੇ ਹੀ ਇਹ ਆਪਾਂ ਸਿਮਰਨ ਕਰਦੇ, ਕਿਉਂਕਿ ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਸਹਿਜ ਨਹੀਂ ਹੈ। ਮਹਾਰਾਜ ਕਹਿੰਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿੰਸਾ ਨਾ ਜਾਏ। ਬਈ ਮਨ ਦੇ ਜਿਹੜੇ ਕਰਮ, ਇਹਨਾਂ ਕਰਮਾਂ ਦੇ ਵਿੱਚ ਸਹਿਜ ਨਹੀਂ। ਕਰਮ ਕੀ ਹੈ? ਵਿਚਾਰ ਫੁਰਨੇ। ਜੇ ਅਸੀਂ ਵਿਚਾਰ ਲਵਾਂਗੇ, ਵਿਚਾਰਾਂ 'ਚ ਸਹਿਜ ਨਹੀਂ ਹੈ, ਵਿਚਾਰਾਂ ਤੋਂ ਫੁਰਨਿਆਂ ਤੋਂ ਮਨ ਨੂੰ ਰਹਿਤ ਕਰਾਂਗੇ, ਫਿਰ ਇਹ ਸਾਡਾ ਮਨ ਸਹਿਜ ਵਸਤ ਜਾਏਗਾ। ਜਦੋਂ ਸਹਿਜ 'ਚ ਜਾ ਕੇ ਸੁਣਾਂਗੇ ਤਾਂ ਸਾਨੂੰ ਸੁਣਾਈ ਦੇਣਗੇ।
ਔਰ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਨ ਨੂੰ ਸਹਿਜ ਵਿੱਚ ਲੈ ਕੇ ਜਾਣ ਵਾਸਤੇ ਇੱਕ ਤਾਂ ਹੈ ਸਿਮਰਨ ਅਭਿਆਸ, ਸ਼ਬਦ ਦੀ ਕਮਾਈ, ਅਤੇ ਨਾਲ ਗੁਰੂ ਦੀ ਮੱਤ ਗਿਆਨ। ਬਈ ਜੋ ਮਾਲਕ ਕਰਦਾ ਉਹਨੂੰ ਅਸੀਂ ਭਲਾ ਭਲਾ ਕਰਕੇ ਮੰਨੀਏ। ਜੇ ਅਸੀਂ ਭਲਾ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ, ਸਾਡੇ ਮਨ ਨੇ ਸਹਿਜ ਸੁਭਾਈ ਸਹਿਜ ਦੇ ਵਿੱਚ ਚਲਾ ਜਾਣਾ। ਇਸੇ ਵਾਸਤੇ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਅਸੀਂ ਕਦੇ ਉਲਾਂਭਾ ਨਹੀਂ ਮਾਰਿਆ, ਵੀ ਕਦੇ ਕਿਸੇ ਨੂੰ ਹੋਰ ਦੋਸ਼ ਨਹੀਂ ਦਿੱਤਾ, ਨਾ ਮਾਲਕ ਨੂੰ ਨਾ ਕਿਸੇ ਹੋਰ ਨੂੰ। ਬਈ ਜੋ ਮਾਲਕ ਕਰਦਾ ਉਹਦਾ ਕੀਤਾ ਹੋਏ ਸਾਨੂੰ ਮਿੱਠਾ ਲੱਗਦਾ, ਉਹੀਓ ਸਾਨੂੰ ਪਿਆਰਾ ਲੱਗਦਾ। ਮਹਾਰਾਜ ਇਸੇ ਵਾਸਤੇ ਜੀ ਫਰਮਾਉਂਦੇ, ਅਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਵੀ ਲਾਂਭਾ ਤਾਂ ਕਦੇ ਦਿੱਤਾ ਨਹੀਂ, ਵੀ ਜੋ ਤੂੰ ਕਰਦਾ ਉਹੀਓ ਸਾਨੂੰ ਮਿੱਠਾ ਲੱਗਦਾ, ਕਿਉਂਕਿ ਇਹਨੂੰ ਕਹਿੰਦੇ ਗੁਰੂ ਦੀ ਮੱਤ। ਜਦੋਂ ਸਾਨੂੰ ਗੁਰੂ ਦੀ ਮੱਤ ਆਉਂਦੀ, ਸਮੱਤ ਵੀ ਮਾਲਕ ਦੀ ਇੱਛਾ ਤੋਂ ਬਿਨਾਂ ਕੁਝ ਹੁੰਦਾ। ਫਿਰ ਇਸੇ ਅਵਸਥਾ ਦੇ ਵਿੱਚ ਹੀ ਗੁਰਮੁਖਾਂ ਨੇ, ਭਗਤਾਂ ਨੇ, ਜਦੋਂ ਉਹਨਾਂ ਨੂੰ ਇਹ ਸਾਰਾ ਭੇਤ ਆ ਗਿਆ, ਸੋਝੀ ਆ ਗਈ, ਫਿਰ ਤਾਈਆਂ ਭਗਤਾਂ ਨੇ ਆਖਿਆ ਵੀ ਜੋ ਤੂੰ ਕਰਦਾ ਹੈ ਤੇਰੀ ਮਰਜ਼ੀ ਤੋਂ ਬਿਨਾਂ ਕੁਝ ਹੋਰ ਹੋ ਨਹੀਂ ਸਕਦਾ। ਜੇ ਉਹਨਾਂ ਨੂੰ ਸਜ਼ਾਵਾਂ ਦੇਣ ਲੱਗੇ ਭਗਤਾਂ ਨੂੰ, ਉਹਨਾਂ ਨੇ ਤਾਂ ਵੀ ਸਹਿਜ ਦੇ ਵਿੱਚ ਆਨੰਦ ਅਵਸਥਾ 'ਚ ਹੀ ਰਹੇ ਵੀ ਤੇਰਾ ਕੀਤਾ ਸਾਨੂੰ ਚੰਗਾ ਲੱਗਦਾ। ਜਿਵੇਂ ਬਾਬਾ ਕਬੀਰ ਜੀ ਜਦੋਂ ਉਹਨਾਂ ਨੂੰ ਸਜ਼ਾ ਦੇਣ ਲੱਗੇ, ਉਹਨਾਂ ਨੂੰ ਜਿਉਂਦਿਆਂ ਨੂੰ ਸਾੜਨ ਲੱਗੇ, ਉਹਨਾਂ ਨੇ ਆਖਿਆ ਵੀ ਤੂੰ ਆਪ ਹੀ ਅਗਨ ਹੈ ਅਤੇ ਆਪ ਹੀ ਪਾਣੀ ਵਸੰਤ ਹੈ, ਸਾਰਾ ਤੇਰੇ ਵਿੱਚੋਂ ਹੀ ਪੈਦਾ ਹੋਏ। ਜੇ ਤੂੰ ਇਸੇ ਤਰ੍ਹਾਂ ਹੀ ਸਾਨੂੰ ਜਲਾ ਕੇ ਮਾਰਨਾ ਚਾਹੁੰਦਾ ਤਾਂ ਫਿਰ ਸਾਨੂੰ ਕੌਣ ਬਚਾਵੇ? ਫਿਰ ਤਾਂ ਕੋਈ ਬਚਾ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਆਪੇ ਪਾਵਕ ਆਪੇ ਪਵਣਾ, ਜਾਰੇ ਖਸਮ ਤਾਂ ਰਾਖੀ ਕਵਣਾ। ਵੀ ਜੇ ਤੂੰ ਆਪ ਹੀ ਜਲਣਾ ਚਾਹੁੰਦਾ ਫਿਰ ਨਹੀਂ ਕੋਈ ਬਚਾ ਸਕਦਾ। ਅਤੇ ਜੇ ਜੀਵ ਆਪਦੀ ਮੱਤ ਦੁਆਰਾ ਸਜ਼ਾ ਸੁਣਾਉਂਦਾ ਆਪਦੇ ਕੋਲੋਂ, ਫਿਰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਮਾਲਕ ਤੋਂ ਬਿਨਾਂ ਬੰਦੇ ਦੇ ਕਿਸੇ ਦੇ ਹੱਥ ਨਹੀਂ। ਮਹਾਰਾਜ ਕਹਿੰਦੇ ਮਾਰੇ ਰਾਖੇ ਇੱਕੋ ਆਪ, ਮਾਨਕ ਕੀ ਕਿਛ ਨਾਹੀ ਹੱਥ। ਬਈ ਮਾਰਨ ਵਾਲਾ ਅਤੇ ਰੱਖਣ ਵਾਲਾ ਉਹ ਇੱਕ ਮਾਲਕ ਹੀ ਹੈ, ਕਿਉਂਕਿ ਉਹਦੇ ਹੱਥ 'ਚ। ਜੇ ਤਾਂ ਜੀਵ ਦਾ ਸਮਾਂ ਪੂਰਾ ਹੋ ਗਿਆ ਫਿਰ ਤਾਂ ਉਹਨੇ ਜਾਣਾ ਹੀ ਜਾਣਾ, ਉਹਨੂੰ ਕੋਈ ਵੀ ਨਹੀਂ ਬਚਾ ਸਕਦਾ। ਜਿਹਦਾ ਸਮਾਂ ਨਹੀਂ ਆਇਆ ਉਹਨੂੰ ਕੋਈ ਮਾਰ ਨਹੀਂ ਸਕਦਾ, ਮਾਲਕ ਹੱਥ ਦੇ ਕੇ ਰੱਖ ਲੈਂਦਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਦੋਂ ਸਾਨੂੰ ਇਹ ਭੇਦ ਆ ਜਾਂਦਾ ਵੀ ਸਾਰਾ ਕੁਛ ਮਾਲਕ ਦੇ ਵਾਸਤੇ, ਫਿਰ ਮਨ ਉਲਾਂਭਾ ਨਹੀਂ ਮਾਰਦਾ, ਫਿਰ ਰੋਸ ਨਹੀਂ ਕਰਦਾ ਵੀ ਰੋਸ ਕਾਹਦਾ, ਸਾਰਾ ਖੇਲ ਤਾਂ ਮਾਲਕ ਦਾ ਹੀ ਆਪਣਾ। ਵੀ ਉਹਦਾ ਭੇਜਿਆ ਹੀ ਜੀਵ ਆਉਂਦਾ ਅਤੇ ਉਹ ਜਦੋਂ ਵਾਪਸ ਬੁਲਾਉਂਦਾ ਅਤੇ ਵਾਪਸ ਚਲਾ ਜਾਂਦਾ, ਅਤੇ ਫਿਰ ਰੋਸ ਕਾਹਦਾ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਰਾਹੀਂ ਬਹੁਤ ਸੌਖਾ ਕਰਦੇ। ਸਾਡਾ ਜੀਵਨ ਜਿਹੜਾ ਉਹ ਆਪਾਂ ਨੂੰ ਇੰਨਾ ਸੌਖਾ ਕਰ ਦਿੰਦੇ ਵੀ ਤੁਸੀਂ ਬਿਲਕੁਲ ਕੋਈ ਚਿੰਤਾ ਫਿਕਰ ਨਾ ਕਰੋ ਵੀ ਇਹ ਸਾਰਾ ਖੇਲ ਮਾਲਕ ਦਾ। ਜੇ ਤਾਂ ਅਸੀਂ ਗੁਰੂ ਦੀ ਮੱਤ ਲੈ ਲਾਂਗੇ ਫਿਰ ਤਾਂ ਸਾਨੂੰ ਕੋਈ ਦੁੱਖ ਨਹੀਂ। ਦੁੱਖ ਸਾਨੂੰ ਉਦੋਂ ਜਦੋਂ ਅਸੀਂ ਰੋਸੀ ਕਰਦੇ, ਜਦੋਂ ਅਸੀਂ ਲਾਂਭੇ ਮਾਰਦੇ ਹਾਂ, ਜਦੋਂ ਅਸੀਂ ਗਿਲੇ ਸ਼ਿਕਵੇ ਕਰਦੇ ਹਾਂ ਵੀ ਅਸੀਂ ਐਂ ਸੋਚੇ, ਅਸੀਂ ਐਂ ਕਾਹਤੋਂ ਨਹੀਂ ਹੋਏ, ਐਂ ਕਿਉਂ ਹੋ ਗਿਆ, ਫਿਰ ਦੁੱਖ ਹੀ ਦੁੱਖ। ਫਿਰ ਅਸੀਂ ਆਪਦੀ ਮੱਤ ਦੁਆਰਾ ਦੁੱਖ ਪੈਦਾ ਕਰ ਲੈਂਦੇ। ਮਹਾਰਾਜ ਤਾਈਆਂ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਅਸੀਂ ਦੁਖੀ ਹਾਂ ਅਤੇ ਦੁੱਖ ਦਾ ਕਾਰਨ ਤੁਸੀਂ ਕਿਸੇ ਨੂੰ ਹੋਰ ਨਾ ਸਮਝੋ, ਦੋਸ਼ ਤੁਹਾਡੇ ਆਪਦਾ ਕਰਮਾਂ ਦਾ। ਵੀ ਸਾਡੇ ਕਰਮ ਹੀ ਐਸੇ ਵੀ ਜਿਹਦੇ ਕਰਕੇ ਅਸੀਂ ਦੁਖੀ ਹੋ ਜਾਂਦੇ। ਇਉਂ ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਬਈ ਹੋਰ ਤਾਂ ਕਿਸੇ ਨੂੰ ਅਸੀਂ ਦੋਸ਼ ਦੇ ਹੀ ਨਹੀਂ ਸਕਦੇ, ਦੋਸ਼ ਤਾਂ ਸਾਡਾ ਆਪਣਾ ਹੀ ਹੈ। ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਅਸੀਂ ਐਸੇ ਕਰਮ ਕਰਦੇ ਹਾਂ, ਅਸੀਂ ਦੁਖੀ ਹੁੰਦੇ। ਜੇ ਅਸੀਂ ਗੁਰੂ ਦੀ ਮੱਤ ਲੈ ਕੇ ਕਰਮ ਕਰੀਏ ਤਾਂ ਫਿਰ ਸਾਨੂੰ ਕੋਈ ਦੁੱਖ ਨਹੀਂ। ਜਿਹੜਾ ਇੱਕ ਗੁਰਸਿੱਖ ਹੈ
ਗੁਰੂ ਦੀ ਮੱਤ ਲੈ ਕੇ ਚੱਲਦਾ, ਉਹਦਾ ਮਨ ਤਾਂ ਕਦੇ ਦੁਖੀ ਹੋ ਹੀ ਨਹੀਂ ਸਕਦਾ, ਉਹ ਤਾਂ ਕਦੇ ਅਸ਼ਾਂਤ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਗੁਰੂ ਦੀ ਮੱਤ ਲੈ ਕੇ ਚੱਲੇ। ਜਦੋਂ ਅਸੀਂ ਆਪਦੀ ਮੱਤ ਵਰਤਦੇ ਫਿਰ ਦੁੱਖ। ਤਾਈਓ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਆਪਦੀ ਮੱਤ ਨੂੰ ਛੱਡ ਦਿਓ ਜਿਹੜੀ ਸਾਨੂੰ ਦੁੱਖਾਂ 'ਚ ਰੱਖਦੀ। ਤੁਸੀਂ ਗੁਰੂ ਅਤੇ ਸਤਿਗੁਰੂ ਦੀ ਮੱਤ ਲਵੋ, ਅਤੇ ਉਹਦੇ ਵਾਸਤੇ ਗੁਰੂ ਦੀ ਮੱਤ ਲੈਣ ਲਈ ਆਪਦੀ ਮੱਤ ਛੱਡਣ ਵਾਸਤੇ ਫਿਰ ਇਹ ਸਿਮਰਨ। ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਵੀ ਤਾਂ ਕਿ ਸਾਡੀ ਜਿਹੜੀ ਸਿਆਣਪ, ਸਾਡੀ ਮੱਤ ਖਤਮ ਹੋ ਜੇ। ਅਤੇ ਗੁਰੂ ਦੀ ਮੱਤ ਲੈਣ ਵਾਸਤੇ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਵਿਚਾਰਨਾ, ਖੋਜਣਾ ਵੀ ਸਾਨੂੰ ਗੁਰੂ ਕੀ ਮੱਤ ਦੇ ਰਹੇ, ਕੀ ਸਾਨੂੰ ਸਮੱਤ ਦੇ ਰਹੇ। ਜਦੋਂ ਅਸੀਂ ਸਹਿਜ ਵਿੱਚ ਵਿਚਾਰਾਂਗੇ, ਖੋਜਾਂਗੇ, ਅਤੇ ਸਾਨੂੰ ਸਮਝ ਲੱਗ ਜਾਏਗੀ ਵੀ ਸਾਨੂੰ ਕੀ ਸਮਝਾ ਰਹੇ ਨੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਉਣੀ। ਜਿਵੇਂ ਬੱਚਾ ਸਕੂਲ ਜਾਂਦਾ ਫਿਰ ਹੀ ਉਹਨੂੰ ਪੜ੍ਹਾਈ ਆਉਂਦੀ, ਇਸੇ ਤਰ੍ਹਾਂ ਸਤ ਸੰਗਤ ਸਕੂਲ ਹੈ। ਜਿੰਨੀ ਅਸੀਂ ਸੰਗਤ ਕਰਾਂਗੇ ਫਿਰ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਲੱਗਣੀ, ਨਹੀਂ ਸਾਨੂੰ ਸਮਝ ਨਹੀਂ ਆਉਣੀ। ਇਸ ਵਾਸਤੇ ਫਿਰ ਗੁਰਮੁਖ ਪਿਆਰੇ ਵੀ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੈ ਜੀ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਨੂੰ ਸਤਿਗੁਰੂ ਉਪਦੇਸ਼ ਦੇ ਰਹੇ, ਬਈ ਕਿਵੇਂ ਅਸੀਂ ਮਾਲਕ ਪਰਮਾਤਮਾ ਤੋਂ ਵਿਛੜੇ, ਕਿਵੇਂ ਅਸੀਂ ਮਿਲਾਪ ਕਰਨਾ, ਉਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਦ ਦਿੱਤਾ। ਅਤੇ ਆਪਾਂ ਵੀ ਇਹ ਭੇਦ ਲੈ ਕੇ, ਸੋਝੀ ਲੈ ਕੇ ਆਪਣਾ ਜਿਹੜਾ ਜੀਵਨ ਹੈ ਇਹਨੂੰ ਸਫਲ ਕਰ ਸਕਦੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ